हेलो एवरीवन, सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਕਲਾਸ ਦੀ ਇੰਗਲਿਸ਼ ਲਿਟਰੇਚਰ ਦੀ ਬੁੱਕ ਜੋ ਕਿ ਹੈ ਸਪਲੀਮੈਂਟਰੀ ਰੀਡਰ ਤੇ ਅੱਜ ਆਪਾਂ ਡਿਸਕਸ ਕਰਾਂਗੇ ਇਸ ਬੁੱਕ ਦਾ 5ਵਾਂ ਚੈਪਟਰ ਹਾਊ ਮਚ ਲੈਂਡ ਡਜ਼ ਅ ਮੈਨ ਨੀਡ। ਇੱਕ ਆਦਮੀ ਨੂੰ ਕਿੰਨੀ ਕੁ ਜ਼ਮੀਨ ਦੀ ਲੋੜ ਹੈਗੀ ਹੈ ਤੇ ਇਹ ਚੈਪਟਰ ਲਿਖਿਆ ਹੈ ਲਿਓ ਟੋਲਸਟੋਏ ਨੇ। ਹੁਣ ਲਿਓ ਟੋਲਸਟੋਏ ਜਿਨ੍ਹਾਂ ਦੀ ਇਹ ਜਨਮ ਦਿਨ ਸੀ ਤੇ ਇਹ ਜਦੋਂ ਉਹ ਪੂਰੇ ਹੋਏ ਸੀ is one of the best known of Russian writers, यानी कि ਇਹ ਰੂਸੀ ਲੇਖਕਾਂ ਵਿੱਚੋਂ ਸਭ ਤੋਂ ਮਸ਼ਹੂਰ ਲੇਖਕ ਮੰਨੇ ਜਾਂਦੇ ਨੇ। He wrote many novels, short stories and an autobiography called My Confessions. उन्होंने बहुत सारे नावल लिखे, छोटियां कहानियां लिखियां ते एक स्वै जीवनी भी लिखी जिन्हों कहा जाता है माई कन्फेशन, यानी मैं अपने बारे सच सच दस रहा, मैं मन रहा भी मेरे तो ये गलतियां हुईयां ने। He is primarily famous for classics like War and Peace and Anna Karenina ਤੇ ਉਹਨਾਂ ਦੇ ਜਿਹੜੇ ਮਸ਼ਹੂਰ ਖਾਸ ਤੌਰ ਤੇ ਲਿਖੀ ਗਈਆਂ ਵਰਗੀਆਂ ਹੈਗੀਆਂ ਨੇ ਉਹਨਾਂ ਵਿੱਚੋਂ ਕਲਾਸਿਕ ਜਿਹੜੀਆਂ ਹੈਗੀਆਂ ਨੇ ਦੋ ਹੈਗੀਆਂ ਨੇ। ਚਲੋ ਹੁਣ ਆਪਾਂ ਇਹ ਚੈਪਟਰ ਪੜ੍ਹਦੇ ਹਾਂ। How much land does a man need illustrates the emptiness that lies beneath the growing material ambition of man. ਮਨੁੱਖ ਨੂੰ ਕਿੰਨੀ ਜ਼ਮੀਨ ਦੀ ਲੋੜ ਹੈਗੀ ਹੈ। ਇਹ ਚੈਪਟਰ ਉਹ ਖਾਲੀਪਨ ਨੂੰ ਦਰਸਾਉਂਦਾ ਹੈ ਜੋ ਮਨੁੱਖ ਨੂੰ ਵੱਧ ਚੀਜ਼ਾਂ ਪਦਾਰਥਾਂ ਹਾਸਲ ਕਰਨ ਦੀ ਹੋੜ ਦੇ ਵਿੱਚ ਮਹਿਸੂਸ ਹੋ ਸਕਦੀ ਹੈ ਜਾਂ ਉਹਦੀ ਥੋੜ ਹੋ ਸਕਦੀ ਹੈ। The ironical and inevitable fate that awaits material pursuit is underscored with the concluding line, 6 feet from his head to his heels was all he needed. ਕਹਿਣ ਦਾ ਮਤਲਬ ਇਹ ਹੈ ਵੀ ਅਖੀਰ ਦੇ ਵਿੱਚ ਜਿੰਨਾ ਮਰਜ਼ੀ ਤੁਸੀਂ ਸਮਾਨ ਆਪਣਾ ਇਕੱਠਾ ਕਰ ਲਓ, ਤੁਹਾਨੂੰ 6 ਫੁੱਟ ਥਾਈ ਚਾਹੀਦੀ ਹੈ ਤੁਹਾਡੇ ਸਿਰ ਤੋਂ ਪੈਰ ਤੱਕ ਦਫਨਾਉਣ ਲਈ ਤੁਹਾਨੂੰ, ਠੀਕ ਹੈ। ਤੇ ਆਇਰੋਨਿਕਲ ਦਾ ਮਤਲਬ ਇੱਥੇ ਇਹ ਦੱਸਿਆ ਗਿਆ ਜਦ ਆਪਾਂ ਕਹਿੰਦੇ ਕੁਝ ਹੋਰ ਹੈਗੇ ਆ ਤੇ ਮੰਨਦੇ ਕੁਝ ਹੋਰ ਹੈਗੇ ਆ। ਜਿਵੇਂ ਕਿ ਮੈਂ ਤੁਹਾਨੂੰ ਜੀ ਉਦਾਹਰਨ ਦੇ ਤੌਰ ਤੇ ਕਹਾਂ ਤੇ ਕਈ ਵਾਰ ਮੰਮੀ ਆ ਕੇ ਕਹਿ ਨਹੀਂ ਦਿੰਦੇ ਬੇਟਾ ਇੰਨਾ ਨਾ ਪੜ੍ਹ, ਜਦ ਕਿ ਤੁਸੀਂ ਪੜ੍ਹ ਹੀ ਨਹੀਂ ਰਹੇ ਹੁੰਦੇ, ਹੈ ਨਾ। ਇਹ ਆਇਰੋਨਿਕਲ ਹੋ ਜਾਂਦਾ ਹੈ। ਤੇ ਜੇ ਆਪਾਂ ਇਨਐਵਿਟੇਬਲ ਦੀ ਗੱਲ ਕਰੀਏ ਉਹ ਇਹ ਇੱਥੇ ਲਿਖਿਆ ਹੋਇਆ, ਇਹਦਾ ਮਤਲਬ ਹੁੰਦਾ ਉਹ ਚੀਜ਼ ਜਿਸ ਨੂੰ ਤੁਸੀਂ ਰੋਕਣ ਤੋਂ ਬਚਾ ਨਹੀਂ ਸਕਦੇ, ਉਹ ਹੋਣਾ ਹੀ ਹੋਣਾ, ਠੀਕ ਹੈ। ਜਿੰਨਾ ਮਰਜ਼ੀ ਤੁਸੀਂ ਸਮਾਨ ਇਕੱਠਾ ਕਰ ਲਓ, ਜਿੰਨੀ ਮਰਜ਼ੀ ਜਾਇਦਾਦ ਆਪਣੇ ਨਾਮ ਕਰ ਲਓ, ਜੋ ਮਰਜ਼ੀ ਕਰ ਲਓ, ਅਖੀਰ ਦੇ ਵਿੱਚ ਤੁਹਾਨੂੰ ਓਨੀ ਜ਼ਮੀਨ ਦੀ ਲੋੜ ਹੈਗੀ ਹੈ ਜਿਹਦੇ ਵਿੱਚ ਤੁਹਾਨੂੰ ਦਫਨਾਇਆ ਜਾ ਸਕਦਾ ਹੈ। ਇਹ ਇਸ ਚੈਪਟਰ ਦਾ ਮੇਨ ਮਤਲਬ ਹੈਗਾ। ਸ਼ੁਰੂ ਕਰਦੇ ਹਾਂ। An elder sister came to visit her younger sister in the country. ਇੱਕ ਦੇਸ਼ ਦੇ ਵਿੱਚ ਵੱਡੀ ਭੈਣ ਆਪਣੀ ਛੋਟੀ ਭੈਣ ਨੂੰ ਮਿਲਣ ਆਈ। ਆ ਮੰਨ ਲਓ ਵੱਡੀ ਭੈਣ ਹੈਗੀ ਹੈ, ਇਹ ਮੰਨ ਲਓ ਛੋਟੀ ਭੈਣ ਹੈਗੀ ਹੈ। The elder was married to a tradesman in town and the younger to a peasant in the village. ਜਿਹੜੀ ਵੱਡੀ ਭੈਣ ਸੀ ਉਹਦਾ ਵਿਆਹ ਜਿਹੜਾ ਹੋਇਆ ਸੀ ਇੱਕ ਵਪਾਰੀ ਨਾਲ ਹੋਇਆ ਸੀ ਤੇ ਉਹ ਟਾਊਨ ਦੇ ਵਿੱਚ ਸ਼ਹਿਰ ਦੇ ਵਿੱਚ ਰਹਿੰਦੀ ਸੀ, ਜਦਕਿ ਜਿਹੜੀ ਛੋਟੀ ਭੈਣ ਸੀ ਉਹਦਾ ਜਿਹੜਾ ਵਿਆਹ ਹੋਇਆ ਸੀ ਪਿੰਡ ਦੇ ਵਿੱਚ ਇੱਕ ਛੋਟੇ ਜਿਹੇ ਕਿਸਾਨ ਦੇ ਨਾਲ, ਜਾਂ ਛੋਟੇ ਜਿਹੇ ਤਾਂ ਨਹੀਂ ਲਿਖਿਆ ਬਟ ਇੱਕ ਕਿਸਾਨ ਦੇ ਨਾਲ ਹੋਇਆ ਸੀ। As the sisters sat over their tea talking, the elder began to boast the advantages of town life, saying how comfortably they lived there, how well they dressed, what fine clothes their children wore, and what things they ate and drank. The younger sister was piqued. Piqued ਦਾ ਮਤਲਬ ਹੁੰਦਾ ਹੈ ਵੀ ਮਤਲਬ ਉਹਨੂੰ ਜਿਵੇਂ ਘਾਵ ਨਹੀਂ ਪਹੁੰਚਦਾ ਇੱਜ਼ਤ ਤੇ ਤੁਹਾਡੀ, ਤੁਹਾਨੂੰ ਛਿਲ ਜਿਹਾ ਲੱਗਦਾ ਵੀ ਕੋਈ ਤੁਹਾਡੀ ਛਿਲ ਧਾਰ ਰਿਹਾ ਹੁੰਦਾ, ਮੇਰੀ ਕੀ ਜ਼ਿੰਦਗੀ, ਇਹਦੀ ਜ਼ਿੰਦਗੀ ਹੈਗੀ ਹੈ ਜੋ ਵੀ ਹੈਗੀ ਹੈ। ਤਾਂ ਛੋਟੀ ਭੈਣ ਨੂੰ ਥੋੜਾ ਜਿਹਾ ਉਹੋ ਜਿਹਾ ਲੱਗਿਆ। ਤੇ ਇੱਥੇ ਇਹ ਦੱਸਿਆ ਗਿਆ ਵੀ ਜਦੋਂ ਦੋਨੋਂ ਭੈਣਾਂ ਆਪਸ ਦੇ ਵਿੱਚ ਮਿਲੀਆਂ ਤੇ ਚਾਹ ਪੀਣ ਬੈਠੀਆਂ, ਗੱਲਾਂ ਬਾਤਾਂ ਹੋ ਰਹੀਆਂ ਸੀ, ਤਾਂ ਜਿਹੜੀ ਵੱਡੀ ਭੈਣ ਹੈ ਉਹਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਦੇਖ ਜੋ ਲੋਕ ਅਸੀਂ ਸ਼ਹਿਰ ਵਿੱਚ ਰਹਿੰਦੇ ਹਾਂ, ਸਾਡੀ ਜ਼ਿੰਦਗੀ ਕਿੰਨੀ ਵਧੀਆ ਹੈਗੀ ਹੈ ਸ਼ਹਿਰ ਵਿੱਚ ਰਹਿੰਦੇ ਹੋਏ ਵੀ, ਅਸੀਂ ਬੜੀ ਆਰਾਮਦਾਇਕ ਜ਼ਿੰਦਗੀ ਜਿੰਦੇ ਹਾਂ, ਅਸੀਂ ਵਧੀਆ ਕੱਪੜੇ ਪਾਉਂਦੇ ਹਾਂ, ਸਾਡੇ ਬੱਚੇ ਵਧੀਆ ਕੱਪੜੇ ਪਾਉਂਦੇ ਨੇ ਤੇ ਅਸੀਂ ਵਧੀਆ ਵਧੀਆ ਚੀਜ਼ਾਂ ਖਾਂਦੇ ਪੀਂਦੇ ਹੈਗੇ ਹਾਂ। ਇਹ ਸਾਰਾ ਕੁਝ ਸੁਣ ਕੇ ਨਾ ਛੋਟੀ ਜਿਹੜੀ ਭੈਣ ਸੀ ਉਹਨੂੰ ਥੋੜਾ ਜਿਹਾ ਅਜੀਬ ਜਿਹਾ ਲੱਗਿਆ, ਜਿਵੇਂ ਉਹਨੂੰ ਇਹ ਲੱਗਦਾ ਸੀ ਵੀ ਜਿਵੇਂ ਮੈਂ ਜੀ ਰਹੀ ਹਾਂ ਮੈਂ ਤਾਂ ਠੀਕ ਜੀ ਰਹੀ ਹਾਂ।
I would not change my way of life for yours, said she. We may live roughly, but at least we are free from anxiety. You live in better style than we do, but though you often earn more than you need, you are very likely to lose all you have. You know the proverb, loss and gain are brothers twain. ਕਹਿਣ ਦਾ ਮਤਲਬ ਨੁਕਸਾਨ ਤੇ ਲਾਭ ਦੋਨੋਂ ਭਰਾ ਹੈਗੇ ਨੇ, ਇੱਕੋ ਸਿੱਕੇ ਦੇ ਦੋ ਪਹਿਲੂ ਹੈਗੇ ਨੇ. It often happens that people who are wealthy one day are begging their bread the next day. Our way is safer. Though a peasant's life is not a fat one, it is a long one. We shall never grow rich, but we shall always have enough to eat. ਤੇ ਇੱਥੇ ਜਿਹੜੀ ਛੋਟੀ ਭੈਣ ਹੈਗੀ ਹੈ ਉਹ ਥੋੜੀ ਜੀ ਜਵਾਬਦੇਹੀ ਵਿੱਚ ਆ ਜਾਂਦੀ ਹੈ ਵੱਡੀ ਭੈਣ ਨੂੰ, ਤੇ ਉਹ ਕਹਿੰਦੀ ਹੈ ਵੀ ਮੈਂ ਤੁਹਾਡੇ ਲਈ ਆਪਣੇ ਜੀਵਨ ਦਾ ਜਿਹੜਾ ਢੰਗ ਹੈਗਾ ਉਹ ਬਦਲਣ ਤਾਂ ਨਹੀਂ ਨਾ ਲੱਗੀ. ਤੇ ਉਹ ਕਹਿੰਦੀ ਅਸੀਂ ਭਾਵੇਂ ਜੇ ਤੁਸੀਂ ਦੇਖੋ ਸਾਡੀ ਜਿਹੜੀ ਜ਼ਿੰਦਗੀ ਹੈਗੀ ਉਹ ਸਖਤ ਹੋਏਗੀ, ਪਰ ਘੱਟੋ ਘੱਟ ਅਸੀਂ ਚਿੰਤਾ ਤੋਂ ਤਾਂ ਮੁਕਤ ਹੈਗੇ ਆ. ਤੁਸੀਂ ਸਾਡੇ ਨਾਲੋਂ ਬਿਹਤਰ ਜਿਹੜੀ ਜ਼ਿੰਦਗੀ ਹੈਗੀ ਹੈ, ਸਟਾਈਲ ਹੈਗਾ ਉਹਦੇ ਵਿੱਚ ਰਹਿੰਦੇ ਹੋ. ਪਰ ਹਾਲਾਂਕਿ ਤੁਸੀਂ ਅਕਸਰ ਆਪਣੀ ਲੋੜ ਤੋਂ ਵੱਧ ਕਮਾਈ ਕਰਦੇ ਹੋ, ਪਰ ਤੁਹਾਡੇ ਕੋਲ ਜੋ ਕੁਝ ਹੈਗਾ ਉਹਨੂੰ ਗਵਾਉਣ ਦਾ ਵੀ ਤਾਂ ਬਹੁਤ ਜ਼ਿਆਦਾ ਸੰਭਾਵਨਾ ਹੈਗੀ ਹੈ. ਤੁਸੀਂ ਇਹ ਸਮਝੋ ਵੀ ਤੁਸੀਂ ਇਹ ਸੁਣਿਆ ਹੀ ਹੋਗਾ ਵੀ ਜਿਹੜਾ ਜ਼ਿੰਦਗੀ ਦੇ ਵਿੱਚ ਜਿਹੜੀ ਨੁਕਸਾਨ ਹੈ ਜਿਹੜਾ ਲਾਭ ਹੈਗਾ, ਇਹ ਕਹਾਵਤ ਕਹੀ ਜਾਂਦੀ ਹੈ, ਦੋਵੇਂ ਭਰਾ ਹੈਗੇ ਨੇ. ਅਕਸਰ ਅਜਿਹਾ ਹੁੰਦਾ ਵੀ ਜਿਹੜੇ ਲੋਕ ਇੱਕ ਦਿਨ ਅਮੀਰ ਹੁੰਦੇ ਨੇ ਜਾਂ ਕੁਝ ਟਾਈਮ ਲਈ ਅਮੀਰ ਹੁੰਦੇ ਨੇ, ਉਹ ਅਗਲੇ ਹੀ ਦਿਨ ਆਪਣੀ ਰੋਟੀ ਲਈ ਭੀਖ ਮੰਗ ਰਹੇ ਹੁੰਦੇ ਨੇ. ਸਾਡਾ ਉਹ ਹਾਲ ਤਾਂ ਨਹੀਂ ਹੈਗਾ ਨਾ. ਸਾਡੀ ਜਿਹੜੀ ਕਿਸਾਨਾਂ ਦੀ ਜ਼ਿੰਦਗੀ ਹੈਗੀ ਹੈ ਉਹ ਬੇਸ਼ੱਕ ਅਮੀਰੀ ਵਾਲੀ ਨਹੀਂ ਹੁੰਦੀ, ਫੈਟ ਵਨ ਯਾਨੀ ਅਮੀਰੀ ਵਾਲੀ, ਲੈਵਿਸ਼ ਨਹੀਂ ਹੈਗੀ, ਪਰ ਘੱਟੋ ਘੱਟ ਲੰਬੀ ਤਾਂ ਹੈਗੀ ਹੈ. ਸਾਡੀ ਸੁਰੱਖਿਅਤ ਜ਼ਿੰਦਗੀ ਤਾਂ ਹੈਗੀ ਹੈ. ਬੇਸ਼ੱਕ ਅਸੀਂ ਕਦੇ ਵੀ ਅਮੀਰ ਨਹੀਂ ਬਣਾਂਗੇ, ਪਰ ਸਾਡੇ ਕੋਲ ਹਮੇਸ਼ਾ ਖਾਣ ਲਈ ਕੁਛ ਨਾ ਕੁਛ ਤਾਂ ਹੋਵੇਗਾ ਹੀ ਨਾ. Pacom, the master of the house, was listening to the women's chatter. Pacom ਜਿਹੜਾ ਘਰ ਦਾ ਮਾਲਕ ਸੀ, ਕਿਉਂਕਿ ਵੱਡੀ ਵਾਲੀ ਆਈ ਸੀ ਨਾ ਛੋਟੀ ਵਾਲੀ ਕੋਲ, ਤੇ ਆਪਾਂ ਕਹਿ ਸਕਦੇ ਹਾਂ ਛੋਟੀ ਵਾਲੀ ਦਾ ਜਿਹੜਾ ਘਰ ਵਾਲਾ ਸੀ Pacom, ਘਰ ਦਾ ਜਿਹੜਾ ਮਾਲਕ ਸੀ, ਉਹ ਸਾਰੀ ਗੱਲਬਾਤ ਸੁਣ ਰਿਹਾ ਸੀ ਦੋਨੋਂ ਭੈਣਾਂ ਦੀਆਂ. It is perfectly true, thought he. Busy as we are from childhood tilling Mother Earth, we peasants have no time to let any nonsense settle in our heads. Our only trouble is that we haven't land enough. If I had plenty of land, I shouldn't fear the devil himself. ਤੇ ਸਾਰੀਆਂ ਗੱਲਾਂ ਸੁਣ ਕੇ ਉਹ ਸੋਚਦਾ ਹੈ ਕਿ ਜਦੋਂ ਅਸੀਂ ਬਚਪਨ ਤੋਂ ਹੀ ਧਰਤੀ ਮਾਂ ਦੀ ਸਾਂਭ ਸੰਭਾਲ ਕਰਨ ਦੇ ਵਿੱਚ ਰੁੱਝੇ ਹੋਏ ਹਾਂ, ਸਾਡੇ ਕਿਸਾਨਾਂ ਕੋਲ ਇਸ ਤੋਂ ਇਲਾਵਾ ਕੋਈ ਹੋਰ ਚੀਜ਼ ਸੋਚਣ ਦੇ ਲਈ ਕੋਈ ਵਕਤ ਹੀ ਨਹੀਂ ਹੈ, ਕੋਈ ਸਮਾਂ ਹੀ ਨਹੀਂ ਹੈ ਵੀ ਸਾਡੇ ਦਿਮਾਗ ਦੇ ਵਿੱਚ ਕੋਈ ਹੋਰ ਇੱਧਰ ਉੱਧਰ ਦੀ ਗੱਲ ਆ ਜੇ. ਅਸੀਂ ਤਾਂ ਆਪਣਾ ਟਿਲ ਕਰਨਾ ਯਾਨੀ ਧਰਤੀ ਮਾਂ ਨੂੰ ਵਾਹਣਾ, ਜ਼ਮੀਨ ਨੂੰ ਵਾਹਣਾ. ਕਹਿੰਦਾ ਪਰ ਸਾਡੀ ਇੱਕੋ ਇੱਕ ਸਮੱਸਿਆ ਹੈ ਕਿ ਸਾਡੇ ਕੋਲ ਜ਼ਿਆਦਾ ਜ਼ਮੀਨ ਨਹੀਂ ਹੈਗੀ ਹੈ. ਜੇ ਮੇਰੇ ਕੋਲ ਜ਼ਿਆਦਾ ਜ਼ਮੀਨ ਹੁੰਦੀ ਤਾਂ ਮੈਂ ਸ਼ੈਤਾਨ ਤੋਂ ਵੀ ਨਹੀਂ ਡਰਦਾ. The women finished their tea, chatted a while about dress, and then cleared away the tea things and lay down to sleep. ਤੇ ਇੰਨੀ ਦੇਰ ਨੂੰ ਉਹ ਜਿਹੜੀਆਂ ਔਰਤਾਂ ਸੀ, ਦੋਨੋਂ ਭੈਣਾਂ ਸੀ, ਉਹਨਾਂ ਨੇ ਆਪਣੀ ਚਾਹ ਖਤਮ ਕੀਤੀ, ਥੋੜੀ ਗੱਲਬਾਤ ਕੀਤੀ ਕੱਪੜਿਆਂ ਬਾਰੇ, ਸਮਾਨ ਚੱਕਿਆ ਤੇ ਉਸ ਤੋਂ ਬਾਅਦ ਸੌਣ ਲਈ ਚਲੀ ਗਈ ਥੋੜੀ ਦੇਰ. But the devil had been sitting behind the store and had heard all that was said. ਪਰ ਉਹ ਜਿਹੜਾ ਸ਼ੈਤਾਨ ਸੀ, ਸ਼ੈਤਾਨ ਹੁੰਦਾ ਹੈ ਨਾ, ਮਤਲਬ ਇਹ ਨਹੀਂ ਕੋਈ ਬੰਦਾ, ਜਿਵੇਂ ਆਪਾਂ ਕਹਿੰਦੇ ਭਗਵਾਨ ਵਸਦਾ, ਉਵੇਂ ਕਹਾਣੀ ਵਿੱਚ ਦੱਸਿਆ ਗਿਆ ਵੀ ਇੱਕ ਸ਼ੈਤਾਨ ਸੀ, ਉਹ ਸਾਰੀਆਂ ਗੱਲਾਂ ਬੈਠ ਕੇ ਸੁਣ ਰਿਹਾ ਸੀ. ਬੰਦੇ ਚਲੇ ਗਏ ਸੀ ਪਰ ਉਹ ਬੈਠੇ ਸਾਰੀਆਂ ਗੱਲਾਂ ਸੁਣ ਰਿਹਾ ਸੀ, ਸਟੋਰ ਦੇ ਪਿੱਛੇ ਹੀ ਸੀ. He was pleased that the peasant's wife had led her husband into boasting, and that he had said that if he had plenty of land, he would not fear the devil himself. ਤੇ ਉਸ ਸ਼ੈਤਾਨ ਨੇ ਸੋਚਿਆ ਵੀ ਜਿਹੜੀ ਔਰਤਾਂ ਦੀ ਗੱਲਬਾਤ ਹੋਈ ਹੈ, ਠੀਕ ਹੈ, ਉਹਦੇ ਵਿੱਚ ਇਹ ਜਿਹੜਾ ਕਿਸਾਨ ਹੈਗਾ ਬੰਦਾ, ਜਿਹੜਾ ਛੋਟੀ ਭੈਣ ਦਾ ਘਰ ਵਾਲਾ ਹੈਗਾ, ਇਹਨੇ ਇਹ ਕਹਿਤਾ ਵੀ ਮੇਰੇ ਕੋਲ ਜੇ ਜ਼ਿਆਦਾ ਜ਼ਮੀਨ ਹੁੰਦੀ ਤਾਂ ਮੈਂ ਸ਼ੈਤਾਨ ਤੋਂ ਵੀ ਨਹੀਂ ਡਰਦਾ. ਕਹਿੰਦਾ ਕੋਈ ਨਾ, all right, thought the devil, he will have a tussle. I'll give you land enough, and by means of that
land, I will get you into my power. ਤੇ ਸ਼ੈਤਾਨ ਕਹਿੰਦਾ ਵੀ ਠੀਕ ਹੈ, ਉਹਨੇ ਸੋਚ ਲਿਆ ਵੀ ਹੁਣ ਸਾਡੇ ਮੇਰੇ ਸ਼ੈਤਾਨ ਤੇ ਇਸ ਕਿਸਾਨ ਦੇ ਵਿੱਚ ਇੱਕ ਆਪਾਂ ਕਹਿ ਸਕਦੇ ਆ ਟਸਲ ਹੋਏਗੀ, ਦੇਖਦੇ ਆ ਕੌਣ ਜਿੱਤਦਾ, ਇੱਕ ਤਰੀਕੇ ਦਾ ਝਗੜਾ, ਮਤਲਬ ਹੱਥਾ ਪਾਈ ਨਹੀਂ, ਪਰ ਜਿਵੇਂ ਆਪਾਂ ਕਹਿੰਦੇ ਵੀ ਤੂੰ ਕਰਕੇ ਦੇਖ ਲੈ ਵੀ ਜੇ ਤੂੰ ਸ਼ੈਤਾਨ ਤੋਂ ਨਹੀਂ ਡਰੇਗਾ। ਉਹ ਕਹਿੰਦਾ ਇਹਨੇ ਇਹ ਮੰਗਿਆ ਨਾ ਵੀ ਇਹਦੇ ਕੋਲ ਕਾਫੀ ਜ਼ਿਆਦਾ ਜ਼ਮੀਨ ਹੋਏ, ਕਹਿੰਦਾ ਕੋਈ ਨਾ ਮੈਂ ਕਰ ਦਾਂਗਾ, ਇਹਨੂੰ ਜ਼ਿਆਦਾ ਜ਼ਮੀਨ ਦੇ ਦਾਂਗਾ ਤੇ ਫਿਰ ਇਹਨੂੰ ਮੈਂ ਆਪਣੇ ਕਬਜ਼ੇ ਦੇ ਵਿੱਚ ਕਰ ਲਾਂਗਾ ਆਪਣੀ ਸ਼ਕਤੀ ਨਾਲ। ਠੀਕ ਹੈ, ਇਹ ਕਹਿ ਰਹੇ ਨਾ ਜ਼ਿਆਦਾ ਜ਼ਮੀਨ ਹੋਣ ਕਰਕੇ ਮੈਨੂੰ ਡਰ ਨਹੀਂ ਲੱਗੇਗਾ ਸ਼ੈਤਾਨ ਦਾ, ਤਾਂ ਹੀ ਕਹਿੰਦੇ ਸੋਚ ਸਮਝ ਕੇ ਬੋਲਣਾ ਚਾਹੀਦਾ। ਹੁਣ ਅੱਗੇ ਕੀ ਹੁੰਦਾ? Close to the village there lived a lady, a small landowner who had an estate of about 300 acres. In the winter, the news got about that the lady was going to sell her land. Pacom heard that a neighbor of his was buying 50 acres. ਇਹਦੇ ਵਿੱਚੋਂ 50 ਏਕੜ ਇੱਕ ਗਵਾਂਢੀ ਖਰੀਦ ਰਿਹਾ ਸੀ, and that the lady had consented to accept one half in cash and to wait a year for the other half. Pacom felt envious. Envious ਕਹਿਣ ਦਾ ਮਤਲਬ ਇਹ ਉਹਨੂੰ ਈਰਖਾ ਹੋਈ। ਹੁਣ ਹੋਇਆ ਕਿ ਸੀਨ ਬਦਲ ਜਾਂਦਾ ਹੈ। ਉਹਨਾਂ ਦੇ ਪਿੰਡ ਦੇ ਕੋਲ ਇੱਕ ਲੇਡੀ ਰਹਿੰਦੀ ਸੀ, ਇੱਕ ਔਰਤ ਰਹਿੰਦੀ ਸੀ। ਉਹ ਇੱਕ ਛੋਟੀ ਜਿਹੀ ਜ਼ਮੀਂਦਾਰ ਸੀ ਤੇ ਜਿਸ ਦੀ ਆਪਾਂ ਇਹ ਕਹਿ ਸਕਦੇ ਹਾਂ 3 ਏਕੜ ਉਹਦੇ ਕੋਲ ਜ਼ਮੀਨ ਸੀ। ਤੇ ਸਰਦੀਆਂ ਦੇ ਵਿੱਚ ਇਹ ਖਬਰ ਮਿਲੀ ਕਿ ਉਹ ਔਰਤ ਆਪਣੀ ਜ਼ਮੀਨ ਵੇਚਣਾ ਚਾਹੁੰਦੀ ਹੈ ਤੇ ਪਖੌਮ ਦੇ ਕੰਨ ਵਿੱਚ ਇਹ ਪੈ ਗਿਆ ਸੀ ਕਿ ਉਸਦਾ ਗੁਆਂਢੀ 50 ਏਕੜ ਖਰੀਦ ਰਿਹਾ ਤੇ ਉਹ ਔਰਤ ਨੇ ਅੱਧਾ ਪੈਸਾ ਕਿਹਾ ਵੀ ਉਹ ਨਕਦ ਦੇ ਵਿੱਚ ਲਏਗੀ, ਜਿੰਨੀ ਜ਼ਮੀਨ ਦੀ ਰਕਮ ਹੈਗੀ ਹੈ, ਅਤੇ ਬਾਕੀ ਦਾ ਅੱਧ ਜਿਹੜਾ ਹੈਗਾ ਉਹ ਸਾਲ ਤੋਂ ਬਾਅਦ ਲਏਗੀ। ਤੇ ਇਹ ਗੱਲ ਸੁਣ ਕੇ ਪਖੌਮ ਨੂੰ ਬੜੀ ਜਲਨ ਜੀ ਈਰਖਾ ਜੀ ਮਹਿਸੂਸ ਹੋਈ। Look at that, thought he. The land is all being sold and I shall get none of it. So he spoke to his wife. Other people are buying, said he, and we must also buy 20 acres or so. Life is becoming impossible. ਤੇ ਉਹ ਕਹਿੰਦਾ ਆ ਦੇਖੋ ਆ ਲੈ ਕਰ ਲੋ ਗੱਲ। ਉਸਨੇ ਸੋਚਿਆ ਵੀ ਜ਼ਮੀਨ ਸਾਰੀ ਦੀ ਸਾਰੀ ਵੇਚੀ ਜਾ ਰਹੀ ਹੈ ਅਤੇ ਉਹਨੇ ਇਹ ਵੀ ਸੋਚਿਆ ਵੀ ਮੈਨੂੰ ਤਾਂ ਕੁਝ ਮਿਲੇਗਾ ਹੀ ਨਹੀਂ ਇਹਦੇ ਵਿੱਚੋਂ। ਤੇ ਇਸ ਲਈ ਉਸਨੇ ਆਪਣੀ ਪਤਨੀ ਨਾਲ ਗੱਲ ਕੀਤੀ ਵੀ ਹੋਰ ਲੋਕ ਇਹ ਜ਼ਮੀਨ ਨੂੰ ਖਰੀਦ ਰਹੇ ਨੇ, ਘੱਟੋ ਘੱਟ ਸਾਨੂੰ 20 ਏਕੜ ਦਾ ਜਾਂ ਕੁਝ ਇਹ ਜੀ ਰਕਮ ਤਾਂ ਖਰੀਦ ਲੈਣੀ ਚਾਹੀਦੀ ਹੈ ਜ਼ਮੀਨ ਦੀ। ਹੁਣ ਜਿਹੜੀ ਜ਼ਿੰਦਗੀ ਹੈਗੀ ਹੈ, ਜੀਵਨ ਹੈਗਾ, ਉਹ ਔਖਾ ਜਿਹਾ ਹੁੰਦਾ ਜਾ ਰਿਹਾ, ਪੈਸੇ ਦੀ ਘਾਟ ਹੈਗੀ ਹੈ। So they put their heads together and considered how they could manage to buy it. They had 100 rubles laid by. They sold a colt, यानी एक जवान जिहा उन्हां कोल घोड़ा सी, उन्हां ने बेच दिता। 1/2 of their bees, मधुमक्खियां भी अद्धियां बेच दित्तियां। Hired out one of their sons as a laborer and took his wages in advance. Borrowed the rest from a brother-in-law and so scraped together half the purchase money. बड़ी इंटरेस्टिंग गल हुई इत्थे। उन्होंने अपने दिमाग ਜਿਹੜਾ ਹੈਗਾ ਉਹ ਲਾਇਆ, ਪੁੱਟ देयर ਹੈਡਸ ਟੂਗੇਦਰ, ਯਾਨੀ ਸੋਚਣ ਦੇ ਲਈ ਦਿਮਾਗ ਘੁਮਾਇਆ ਤੇ ਉਹਨਾਂ ਨੇ ਸੋਚਿਆ ਵੀ ਅਸੀਂ ਕਿਵੇਂ ਜ਼ਮੀਨ ਜਿਹੜੀ ਹੈਗੀ ਹੈ ਥੋੜੀ ਜਿਹੀ ਖਰੀਦ ਸਕਦੇ ਹਾਂ। ਉਹਨਾਂ ਕੋਲ ਆਪਾਂ ਇਹ ਕਹਿ ਸਕਦੇ ਹਾਂ ਵੀ 100 ਰੂਬਲ ਤਾਂ ਸੀਗੇ। ਰੂਬਲ ਜਿਹੜੀ ਹੈ ਜਿਵੇਂ ਇੰਡੀਆ ਦੀ ਕਰੰਸੀ ਹੈਗੀ ਹੈ ਨਾ, ਪੈਸਾ ਰੁਪਈਆ, ਰੂਬਲਸ ਆਰ ਤੋਂ ਰਸ਼ੀਆ ਰੂਸ ਦੇ ਵਿੱਚ ਰੂਬਲਸ ਚੱਲਦੇ ਨੇ ਕਰੰਸੀ, ਤੇ ਉਹਨਾਂ ਕੋਲ 100 ਰੂਬਲ ਰੱਖੇ ਹੋਏ ਸੀ। ਉਹਨਾਂ ਨੇ ਇੱਕ ਜਿਹੜਾ ਆਪਣਾ ਘੋੜਾ ਹੈਗਾ ਉਹ ਵੇਚ ਦਿੱਤਾ ਸੀ। ਠੀਕ ਹੈ, ਘੋੜੇ ਦਾ ਬੱਚਾ, ਇਹ ਉਹ ਹੁੰਦਾ ਕੋਲਟ ਜਿਹੜਾ 4 ਸਾਲ ਤੋਂ ਛੋਟਾ ਹੀ ਹੁੰਦਾ ਬੱਚਾ। ਇੱਕ ਅੱਧਾ ਹਿੱਸਾ ਉਹਨਾਂ ਨੇ ਆਪਣਾ ਮਧੂਮੱਖੀਆਂ ਦਾ ਵੇਚ ਦਿੱਤਾ ਸੀ। ਆਪਣੇ ਇੱਕ ਪੁੱਤਰ ਨੂੰ ਮਜ਼ਦੂਰੀ ਵਜੋਂ ਕੰਮ ਤੇ ਰੱਖ ਦਿੱਤਾ ਸੀ ਅਤੇ ਉਸਦੀ ਤਨਖਾਹ ਜਿਹੜੀ ਹੈ ਉਹ ਪਹਿਲਾਂ ਹੀ ਲੈ ਲਈ ਸੀ, ਐਡਵਾਂਸ ਦੇ ਵਿੱਚ ਲੈ ਲਈ ਸੀ। ਕੁਝ ਪੈਸਾ ਉਹਨਾਂ ਨੇ ਆਪਣੇ ਜੀਜੇ ਤੋਂ, ਬ੍ਰਦਰ ਇਨ ਲਾਅ ਤੋਂ ਲੈ ਲਿਆ ਸੀ ਤੇ ਇਦਾਂ ਕਰ ਕਰਕੇ ਉਹਨਾਂ ਨੇ ਅੱਧਾ ਰਕਮ ਜਿਹੜੀ ਸੀ, ਜਿਹੜੀ ਜ਼ਮੀਨ ਖਰੀਦਣ ਦੇ ਲਈ ਜਿਸ ਚੀਜ਼ ਦੀ ਲੋੜ ਸੀ, ਉਹਨਾਂ ਨੇ ਇਕੱਠੀ ਕਰ ਲਈ ਸੀ। Having done this, Pacom chose out a farm of 40 acres. ਇਹ ਸਭ ਕਰਕੇ Pacom ਨੇ 40 ਏਕੜ ਦਾ ਇੱਕ ਜਿਹੜਾ ਫਾਰਮ ਸੀ ਉਹ ਚੂਜ਼ ਕੀਤਾ, ਉਹ ਸਿਲੈਕਟ ਕੀਤਾ। Some of it wooded and went to the lady to bargain for it.
ਤੇ ਉਹਦੇ ਵਿੱਚੋਂ ਕੁਝ ਆਪਾਂ ਇਹ ਕਹਿ ਸਕਦੇ ਹਾਂ ਜਿੱਥੇ ਲੱਕੜ ਲੱਗੀ ਹੋਈ ਸੀ ਤੇ ਇਹ ਸਿਲੈਕਟ ਕਰਕੇ ਲੈਂਡ, ਕਿਉਂਕਿ ਉਹਦੇ ਕੋਲ ਕਾਫੀ ਜ਼ਮੀਨ ਸੀ, ਕੁਝ ਆਪਣਾ ਹਿੱਸਾ ਸਿਲੈਕਟ ਕਰਕੇ ਉਹ ਉਸ ਔਰਤ ਕੋਲ ਚਲਾ ਗਿਆ ਬਾਰਗੇਨ ਕਰਨ ਦੇ ਲਈ, ਯਾਨੀ ਕਿ ਸੌਦਾ ਕਰਨ ਦੇ ਲਈ। They came to an agreement and he shook hands with her upon it and paid her a deposit in advance. Then they went to town and signed the deeds, he paying half the price down and undertaking to pay the remainder within 2 years. ਤੇ ਹੋਇਆ ਕਿ ਇੱਕ ਸਮਝੌਤਾ ਹੋਇਆ ਉਹਨਾਂ ਦੋਨਾਂ ਦੇ ਵਿੱਚ ਤੇ ਉਹਨਾਂ ਨੇ ਫਿਰ ਹੱਥ ਮਿਲਾਇਆ ਤੇ ਉਸ ਤੋਂ ਬਾਅਦ ਜਿਹੜੀ ਰਕਮ ਸੀ ਉਹ ਅੱਧੀ ਜਿਹੜੀ ਹੈਗੀ ਆ ਉਹਨੂੰ ਦੇ ਦਿੱਤੀ ਲੇਡੀ ਨੂੰ। ਉਸ ਤੋਂ ਰਕਮ ਦੇਣ ਤੋਂ ਬਾਅਦ ਉਹ ਸ਼ਹਿਰ ਗਏ ਤੇ ਦਫ਼ਤਰ ਦੇ ਵਿੱਚ ਗਏ, ਉੱਥੇ ਉਹਨਾਂ ਨੇ ਅੱਧੀ ਰਕਮ ਜਿਹੜੀ ਹੈਗੀ ਉਹਦਾ ਭੁਗਤਾਨ ਕੀਤਾ ਹੋਇਆ ਇਹਦੇ ਬਾਰੇ ਇੱਕ ਐਗਰੀਮੈਂਟ ਬਣਾਇਆ, ਡੀਡ ਬਣਾਈ, ਜਿਹਦੇ ਵਿੱਚ ਇਹ ਲਿਖਿਆ ਸੀ ਵੀ ਅੱਧੀ ਰਕਮ ਦੇ ਦਿੱਤੀ ਹੈ ਤੇ ਅੱਧੀ ਜਿਹੜੀ ਹੈਗੀ ਹੈ ਉਹ ਮੈਂ 2 ਸਾਲਾਂ ਦੇ ਅੰਦਰ ਅੰਦਰ ਦੇ ਦਾਂਗਾ। So now Pacom had land of his own. He borrowed seeds and sowed them on the land he had bought. The harvest was a good one, and within a year he managed to pay off his debts both to the lady and his brother-in-law. So he became a landowner, plowing and sowing his own land, making hay on his own land, cutting his own trees and feeding his cattle on his own pasture. Pasture ਉਹ ਹਿੱਸਾ ਹੁੰਦਾ ਹੈ ਜਿੱਥੇ ਆਪਾਂ ਭੇਡ ਪਕੜੀਆਂ ਨੂੰ ਚਰਾਉਣ ਦੇ ਲਈ ਲੈ ਕੇ ਆਉਂਦੇ ਹਾਂ। ਤੇ ਇੱਥੇ ਦੱਸਿਆ ਗਿਆ ਹੈ ਵੀ ਹੁਣ ਕਿਉਂਕਿ ਜ਼ਮੀਨ ਖਰੀਦ ਲਈ ਸੀ, 40 ਏਕੜ ਖਰੀਦ ਲਈ ਸੀ, ਯਾਦ ਰੱਖਿਓ। ਹੁਣ ਪਕੌਮ ਕੋਲ ਆਪਣੇ ਖੇਤ ਸੀ, ਆਪਣੀ ਜ਼ਮੀਨ ਸੀ, ਉਸ ਤੇ ਉਹ ਬੀਜ ਜਿਹੜੇ ਹੈਗੇ ਨੇ ਉਹ ਉਧਾਰੀ ਮੰਗ ਕੇ ਬੀਜ ਬੋ ਦਿੰਦਾ ਹੈ, ਠੀਕ ਹੈ। ਜਿਹੜਾ ਲੈਂਡ ਉਹਨੇ ਜ਼ਮੀਨ ਉਹਨੇ ਖਰੀਦੀ ਸੀ, ਬੀਜ ਕਿਤੇ ਉਧਾਰੀ ਮੰਗਣੇ ਪੈਂਦੇ ਕਿਉਂਕਿ ਪੈਸੇ ਨਹੀਂ ਸੀ। ਤੇ ਜਦੋਂ ਵੱਢਦਾ ਹੈ ਫਸਲ ਨੂੰ ਤਾਂ ਉਹ ਬਹੁਤ ਵਧੀਆ ਸੀ, ਬਹੁਤ ਪੈਸੇ ਕਮਾਉਂਦਾ ਤੇ 1 ਸਾਲ ਦੇ ਅੰਦਰ ਅੰਦਰ ਹੀ ਉਹ ਆਪਣੀ ਜਿਹੜੀ ਵੀ ਰਕਮ ਸੀ ਉਸ ਔਰਤ ਨੂੰ ਦੇਣੀ ਸੀ ਉਹ ਵੀ ਕਰਜ਼ਾ ਉਤਾਰ ਦਿੰਦਾ ਤੇ ਨਾਲੇ ਜਿਹੜੇ ਆਪਣੇ ਜੀਜੇ ਤੋਂ ਪੈਸੇ ਲਏ ਸੀ ਉਹ ਵੀ ਉਹਨੂੰ ਵਾਪਸ ਕਰ ਦਿੰਦਾ। ਤੇ ਇਸ ਤਰੀਕੇ ਦੇ ਨਾਲ ਉਹ ਇੱਕ ਜ਼ਿਮੀਂਦਾਰ ਬਣ ਗਿਆ ਸੀ, ਆਪਣੀ ਜ਼ਮੀਨ ਨੂੰ ਉਹ ਹਲ ਵਾਹ ਰਿਹਾ ਸੀ, ਬੀਜਦਾ ਸੀ, ਆਪਣੀ ਜ਼ਮੀਨ ਤੇ ਜਿਹੜੇ ਪੇੜ ਲੱਗੇ ਹੋਏ ਸੀ ਉਹਨਾਂ ਦੀ ਲੱਕੜ ਵੇਚ ਰਿਹਾ ਸੀ ਤੇ ਆਪਣੀ ਹੀ ਜ਼ਮੀਨ ਤੇ ਉਹ ਆਪਣੇ ਪਸ਼ੂਆਂ ਦੀ ਵੀ ਰਾਖੀ ਕਰ ਰਿਹਾ ਸੀ, ਉਹਨਾਂ ਦੇ ਚਾਰੇ ਲਈ ਵੀ ਉਹਨੇ ਜ਼ਮੀਨ ਰੱਖੀ ਹੋਈ ਸੀ, ਮਤਲਬ ਵਧੀਆ ਜ਼ਿੰਦਗੀ ਜੀ ਰਿਹਾ ਸੀ। One day Pacom was sitting at home when a peasant passing through the village happened to call him. He was allowed to stay the night and supper was given to him. Pacom had a talk with this peasant and asked him where he came from. The stranger answered that he had come from beyond the Volga where he had been working. One word led to another and the man went on to say that many people were settling in those parts. The land was so good, he said, that the rye sown on it grew as high as a horse and so thick that 5 cuts of a sickle made a sheaf. Sheaf yani ki ek bundle, ਜਿਵੇਂ ਆਪਾਂ 5 ਐਦਾਂ ਕਰਕੇ ਇਕੱਠੇ ਕਰਕੇ ਰਾਈ ਨੂੰ ਬੰਦ ਦਈਏ ਤਾਂ ਉਹਨਾਂ ਦਾ ਇੱਕ ਬੰਡਲ ਬਣ ਜਾਂਦਾ। One peasant, he said, had brought nothing with him but his bare hands and now he had 6 horses and 2 cows of his own. ਹੁਣ ਇੱਥੇ ਜਿਹੜਾ ਘਟਨਾ ਹੈਗੀ ਹੈ ਉਹ ਇੱਕ ਹੋਰ ਸੀਨ ਚੱਲ ਪੈਂਦਾ ਹੈ। ਇੱਥੇ ਇਹ ਦੱਸਿਆ ਗਿਆ ਵੀ ਇੱਕ ਵਾਰ ਦੀ ਗੱਲ ਹੈਗੀ ਹੈ ਵੀ ਜਿਹੜਾ ਪਖੌਮ ਸੀ ਉਹ ਆਪਣੇ ਘਰ ਬੈਠਾ ਹੋਇਆ ਸੀ ਜਦੋਂ ਪਿੰਡ ਵਿੱਚੋਂ ਇੱਕ ਕਿਸਾਨ, ਪੀਜ਼ੈਂਟ ਯਾਨੀ ਕਿ ਇੱਕ ਕਿਸਾਨ ਜਿਹੜਾ ਉਹ ਲੰਘ ਰਿਹਾ ਸੀ ਤੇ ਉਸਨੇ ਉਸਨੂੰ ਅੰਦਰ ਬੁਲਾਇਆ, ਪਖੌਮ ਨੇ ਕਿਸਾਨ ਨੂੰ ਅੰਦਰ ਬੁਲਾਇਆ ਤੇ ਉਹਨੂੰ ਗੱਲਬਾਤ ਕੀਤੀ ਤੇ ਕਿਹਾ ਕਿ ਠੀਕ ਹੈ ਅੱਜ ਰਾਤ ਤੁਸੀਂ ਇੱਥੇ ਰੁਕ ਜਾਓ ਤੇ ਉਹਨੂੰ ਰਾਤ ਦਾ ਖਾਣਾ ਵੀ ਦੇ ਦਿੱਤਾ। ਸਫਰ ਕਹਿਣ ਦਾ ਮਤਲਬ ਰਾਤ ਦਾ ਜਿਹੜਾ ਵੀ ਭੋਜਨ ਹੁੰਦਾ ਉਹਨੂੰ ਦੇ ਦਿੱਤਾ। ਤੇ ਪਖੌਮ ਨੇ ਉਸ ਕਿਸਾਨ ਦੇ ਨਾਲ ਗੱਲਬਾਤ ਕੀਤੀ ਤੇ ਉਸਨੂੰ ਪੁੱਛਿਆ ਕਿ ਉਹ ਕਿੱਥੋਂ ਹੈਗਾ ਤੇ ਉਸ ਅਜਨਬੀ ਨੇ ਜਵਾਬ ਦਿੱਤਾ ਕਿ ਉਹ ਵੋਲਗਾ ਦੇ ਪਾਰ ਤੋਂ ਆਇਆ। ਵੋਲਗਾ ਇੱਕ ਥਾਂ ਹੈਗੀ ਉਹਦੇ ਵੀ ਪਾਰ ਤੋਂ ਆਇਆ ਹੈਗਾ ਜਿੱਥੇ ਉਹ ਕੰਮ ਕਰਦਾ ਸੀ। ਤੇ ਇੱਕ ਗੱਲ ਤੋਂ ਅਗਲੀ ਗੱਲ ਚੱਲੀ ਤੇ ਏਦਾਂ ਕਰਕੇ ਉਹ ਗੱਲਬਾਤ ਕਰਦੇ ਰਹੇ ਤੇ ਆਦਮੀ ਨੇ ਅੱਗੇ ਕਿਹਾ ਕਿ ਉੱਥੇ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਹੁਣ ਵਸਣ ਲੱਗ ਪਏ ਨੇ, ਰਹਿੰਦੇ ਨੇ ਤੇ ਉਸਨੇ ਕਿਹਾ ਵੀ ਜ਼ਮੀਨ ਉੱਥੇ ਬਹੁਤ ਜ਼ਿਆਦਾ ਚੰਗੀ ਹੈਗੀ ਹੈ, ਵੀ ਉੱਥੇ ਜਿਹੜੀ ਬੀਜੀ ਗਈ ਰਾਈ ਹੈਗੀ ਹੈ
ਉਹ ਘੋੜੇ ਜਿੰਨੀ ਉੱਚੀ ਹੈਗੀ ਹੈ ਤੇ ਇੰਨੀ ਮੋਟੀ ਹੈਗੀ ਹੈ ਕਿ ਜੇ ਤੁਸੀਂ ਦਾਤੀ ਦੇ ਨਾਲ 5 ਰਾਈ ਦੇ ਪਲਾਂਟਸ ਨੂੰ ਕੱਟ ਲੋਗੇ ਤਾਂ ਉਹ ਪੂਰਾ ਇੱਕ ਬੰਡਲ ਬਣ ਜਾਂਦਾ ਹੈ। ਤੇ ਫਿਰ ਉਹਨੇ ਦੱਸਿਆ ਵੀ ਇੱਕ ਕਿਸਾਨ ਉੱਥੇ ਕੁਝ ਵੀ ਨਹੀਂ ਲੈ ਕੇ ਆਇਆ ਸੀ, ਬਸ ਆਪਣੇ ਹੱਥਾਂ ਨਾਲ ਉਹਨੇ ਕੰਮ ਕੀਤਾ ਤੇ ਹੁਣ ਅੱਜ ਦੀ ਡੇਟ ਦੇ ਵਿੱਚ ਉਹਦੇ ਕੋਲ 6 ਘੋੜੇ ਨੇ ਤੇ 2 ਗਾਵਾਂ ਹੈਗੀਆਂ ਨੇ ਉਸਦੀਆਂ ਆਪਣੀਆਂ। ਪਖਾਮ's heart kindled with desire। ਪਖਾਮ ਦਾ ਜਿਹੜਾ ਦਿਲ ਹੈਗਾ ਉਹ ਆਪਾਂ ਇਹ ਕਹਿ ਸਕਦੇ ਆ ਪਸੀਜ ਗਿਆ ਵੀ ਹਾਏ ਹਾਏ ਮੈਂ ਵੀ ਉਹ ਲੈ ਲਾਂ, ਹੈ ਨਾ। ਕਿੰਡਲਡ ਆਪਾਂ ਕਹਿ ਸਕਦੇ ਜਿਵੇਂ ਅੱਗ ਲੱਗ ਜਾਏ ਨਾ ਵੀ ਹਾਏ ਹਾਏ ਮੈਂ ਵੀ ਹੁਣੇ ਕਰ ਸਕਦਾ, ਜਿਵੇਂ ਸਾਨੂੰ ਪਤਾ ਲੱਗੇ YouTube ਤੇ ਉਹ ਇੰਨਾ ਪੈਸਾ ਕਮਾਉਂਦਾ ਸਾਨੂੰ ਹੁੰਦਾ ਹਾਏ ਹਾਏ ਮੈਂ ਵੀ ਕਰ ਲਾਂਗੀ, ਹੈ ਨਾ। He thought, why should I suffer in this narrow hole if one can live so well elsewhere? I will sell my land and my homestead here, and with the money I will start afresh over there and get everything new. In this crowded place one is always having trouble, but I must first go and find out all about it myself। ਤੇ ਇੱਛਾ ਨਾਲ ਉਹ ਭੜਕ ਉੱਠਿਆ ਤੇ ਉਸਨੇ ਸੋਚਿਆ ਕਿ ਮੈਂ ਇਸ ਤੰਗ ਜੀਵ ਜ਼ਿੰਦਗੀ ਮੋਰੀ ਵਿੱਚ ਕਿਉਂ ਦੁਖੀ ਹੋ ਰਿਹਾ, ਵੀ ਉਹਨੂੰ ਇਹ ਲੱਗ ਰਿਹਾ ਸੀ ਮੇਰੀ ਜ਼ਿੰਦਗੀ ਇੱਕ ਹੋਲ ਦੇ ਵਿੱਚ ਛੋਟੀ ਜੀ ਰਹਿ ਗਈ ਹੈ, ਜਦ ਕਿ ਮੈਂ ਕਿਤੇ ਹੋਰ ਜਾ ਕੇ ਇੰਨੀ ਵਧੀਆ ਤਰੀਕੇ ਨਾਲ ਰਹਿ ਸਕਦਾ। ਤੇ ਉਹ ਕਹਿੰਦਾ ਵੀ ਮੈਂ ਆਪਣੀ ਜ਼ਮੀਨ ਇੱਥੇ ਦਾ ਘਰ-ਬਾਰ ਸਾਰਾ ਵੇਚ ਦਿਆਂਗਾ ਤੇ ਪੈਸੇ ਨਾਲ ਉੱਥੇ ਨਵੇਂ ਸਿਰੋਂ ਸ਼ੁਰੂ ਕਰਾਂਗਾ ਜਿੱਥੇ ਸਭ ਕੁਝ ਨਵਾਂ ਖੜਾ ਕਰਾਂਗਾ ਮੈਂ। ਇਹ ਜਿਹੜੀ ਥਾਂ ਹੈਗੀ ਹੈ ਇੱਥੇ ਬਹੁਤ ਭੀੜ ਭੜੱਕੇ ਵਾਲੀ ਥਾਂ ਹੈਗੀ ਹੈ ਤੇ ਹਰ ਸਮੇਂ ਪਰੇਸ਼ਾਨੀ ਹੁੰਦੀ ਰਹਿੰਦੀ ਹੈ, ਪਰ ਜ਼ਿੰਦਗੀ ਨਵੇਂ ਸਿਰੋਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਉੱਥੇ ਜਾਵਾਂਗਾ, ਖੁਦ ਜਾ ਕੇ ਉੱਥੇ ਸਭ ਕੁਝ ਪਰਖਾਂਗਾ ਤੇ ਫੇਰ ਸ਼ੁਰੂ ਕਰਾਂਗਾ। Towards summer he got ready and started। ਤੇ ਜਦ ਗਰਮੀਆਂ ਸ਼ੁਰੂ ਹੋਈਆਂ ਤੇ ਉਹ ਤਿਆਰ ਹੋ ਗਿਆ ਵੀ ਮੈਂ ਉੱਥੇ ਜ਼ਮੀਨ ਦੇਖ ਕੇ ਆਂਦਾ। He went down the Volga on a steamer to Samara। ਤੇ ਉਹ ਵੋਲਗਾ ਨੂੰ ਪਾਸ ਕਰਕੇ ਇੱਕ ਸਟੀਮਰ ਦੇ ਵਿੱਚ ਸਮਾਰਾ ਤੱਕ ਪਹੁੰਚ ਗਿਆ। and then walked another 300 miles on foot। ਤੇ ਇੱਥੋਂ 300 miles ਅੱਗੇ ਪੈਦਲ ਚੱਲਿਆ ਉਹ ਅਖੀਰਲੀ ਥਾਂ ਤੱਕ ਪਹੁੰਚਣ ਲਈ। It was just as the stranger had said, the peasants had plenty of land. Anyone who had money could buy land at 2 shillings an acre, as much good freehold land as he wanted। shillings यानी थोड़ी रकम ਦੇ ਵਿੱਚ ਵੀ ਕੋਈ ਉੱਥੇ ਜਿੰਨੀ ਵੀ ਰਕਮ ਮਤਲਬ 1 ਏਕੜ ਜਿਹੜਾ ਹੈਗਾ 2 ਸ਼ਿਲਿੰਗਸ ਦੇ ਵਿੱਚ ਖਰੀਦ ਸਕਦਾ ਸੀ। ਹੁਣ ਜਿਹੜੀ ਪਹਿਲੀ ਰਕਮ ਸੀ ਆਪਾਂ ਪੜਿਆ ਸੀ ਰੂਬਲ, ਹੈ ਨਾ। ਹੁਣ ਸ਼ਿਲਿੰਗਸ ਜਿਹੜੀ ਹੈਗੀ ਹੈ ਰੂਬਲ ਤੋਂ ਘੱਟ ਅਮਾਉਂਟ ਹੈਗੀ ਹੈ ਤੇ ਇੱਥੇ ਇਹ ਦੱਸਿਆ ਗਿਆ ਹੈ ਵੀ ਸ਼ਿਲਿੰਗਸ ਦੇ ਵਿੱਚ 1 ਏਕੜ ਮਿਲ ਜਾਂਦਾ ਸੀ। ਤੇ ਇੱਥੇ ਸੱਚੀ ਜਦੋਂ ਨੇ ਪਹੁੰਚ ਕੇ ਦੇਖਿਆ ਇੱਥੇ ਦੇ ਜਿਹੜੇ ਕਿਸਾਨ ਸੀਗੇ ਉਹਨਾਂ ਕੋਲ ਕਾਫੀ ਜ਼ਮੀਨ ਸੀਗੀ। ਕੋਈ ਵੀ ਵਿਅਕਤੀ ਜਿਸ ਕੋਲ ਪੈਸਾ ਹੈਗਾ ਸੀ ਉਹ ਇੱਥੇ ਸ਼ਿਲਿੰਗਸ ਦੇ ਵਿੱਚ 1 ਏਕੜ ਖਰੀਦ ਸਕਦਾ ਸੀ ਤੇ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਦੇ। ਜਿੰਨੀ ਵੀ ਜ਼ਮੀਨ ਤੁਸੀਂ ਖਰੀਦਣੀ ਹੋਣੀ ਖਰੀਦ ਲਓ। Having found out all he wished to know, Pakhom returned home. As autumn came in, he began selling off his belongings. He sold his land at a profit, sold his homestead and all his cattle. He only waited till the spring and then started with his family for the new settlement। ਹੁਣ ਇੱਥੇ ਦੱਸਿਆ ਗਿਆ ਵੀ ਸਭ ਕੁਝ ਜਾਣਨ ਤੋਂ ਬਾਅਦ ਪਰਖਣ ਤੋਂ ਬਾਅਦ ਪਕੌਮ ਆਪਣੇ ਘਰ ਵਾਪਸ ਆ ਗਿਆ ਸੀ ਤੇ ਜਿਵੇਂ ਹੀ ਪਤਝੜ ਹੋਈ, ਆਟਮ ਦਾ ਮਤਲਬ ਪਤਝੜ ਜਿਹੜੀ ਹੁੰਦੀ ਹੈ, ਗਰਮੀ ਵਿੱਚ ਗਿਆ ਸੀ ਤੇ ਜਦ ਪਤਝੜ ਹੋਈ, ਜਦ ਪੱਤੇ ਉਤਰਨ ਲੱਗੇ, ਉਸਨੇ ਆਪਣੀ ਜਿਹੜਾ ਵੀ ਜ਼ਮੀਨ ਸੀ, ਜਿਹੜਾ ਵੀ ਸਮਾਨ ਸੀ ਉਹ ਸਾਰਾ ਦਾ ਸਾਰਾ ਵੇਚ ਦਿੱਤਾ। ਉਸਨੇ ਆਪਣੀ ਜ਼ਮੀਨ ਮੁਨਾਫੇ ਵਿੱਚ ਦੇ ਦਿੱਤੀ, ਆਪਣਾ ਘਰ, ਆਪਣੇ ਸਾਰੇ ਪਸ਼ੂ ਵੇਚ ਦਿੱਤੇ ਅਤੇ ਉਸਨੇ ਬਸੰਤ ਰੁੱਤ ਤੱਕ ਇੰਤਜ਼ਾਰ ਕੀਤਾ। ਠੀਕ ਹੈ, ਬਸੰਤ ਰੁੱਤ ਤੱਕ ਇੰਤਜ਼ਾਰ ਕੀਤਾ ਤੇ ਫਿਰ ਆਟਮ ਤੋਂ ਬਾਅਦ ਦੇਖੋ ਆਟਮ ਜਦ ਆ ਜਾਂਦਾ ਉਸ ਤੋਂ ਬਾਅਦ ਆ ਜਾਂਦੀ ਹੈ ਵਿੰਟਰ। ਠੀਕ ਹੈ, ਵਿੰਟਰ ਤੋਂ ਬਾਅਦ ਆ ਜਾਂਦਾ ਹੈ ਸਪਰਿੰਗ, ਸਪਰਿੰਗ ਤੋਂ ਬਾਅਦ ਆ ਜਾਂਦਾ ਹੈ ਸਮਰ, ਗਰਮੀਆਂ ਆ ਜਾਂਦੀ ਹੈ। ਠੀਕ ਹੈ, ਤੇ ਆਟਮ ਦੇ ਵਿੱਚ ਵੇਚਤਾ ਉਹਨੇ, ਸਪਰਿੰਗ ਤੱਕ ਦਾ ਇੰਤਜ਼ਾਰ ਕੀਤਾ, ਸਰਦੀਆਂ ਲੰਘ ਗਈਆਂ, ਸਪਰਿੰਗ ਦਾ ਇੰਤਜ਼ਾਰ ਕੀਤਾ ਤੇ ਫਿਰ ਆਪਣੇ ਪਰਿਵਾਰ ਨਾਲ ਉਹ ਨਈ ਥਾਂ ਜਾਣ ਦੇ ਲਈ ਉਹਨੇ ਸ਼ੁਰੂਆਤ ਕਰ ਦਿੱਤੀ। As soon as Pakhom and his family reached their new adobe,
He put up the buildings he needed and bought cattle. He now had 3 times as much as his former home, and the land was good corn land. He was 10 times better off than he had been. He had plenty of land and could keep as many head of cattle as he liked. ਤੇ ਇੱਥੇ ਦੱਸਿਆ ਗਿਆ ਹੈ ਜਿਵੇਂ ਹੀ ਪਖੌਮ ਅਤੇ ਉਸਦਾ ਪਰਿਵਾਰ ਆਪਣੇ ਨਵੇਂ ਘਰ ਪਹੁੰਚੇ ਉਸਨੇ ਆਪਣੀਆਂ ਲੋੜ ਦੀਆਂ ਜਿੰਨੀਆਂ ਇਮਾਰਤਾਂ ਸੀ ਉੱਥੇ ਬਣਾ ਦਿੱਤੀਆਂ ਤੇ ਪਸ਼ੂ ਖਰੀਦ ਲਏ। ਉਸਦੇ ਕੋਲ ਹੁਣ ਆਪਣੇ ਪੁਰਾਣੇ ਘਰ ਨਾਲੋਂ 3 ਗੁਣਾ ਜ਼ਿਆਦਾ ਸੀ ਅਤੇ ਜ਼ਮੀਨ ਵੀ ਵਧੀਆ ਸੀ ਜਿੱਥੇ ਚੰਗੀ ਮੱਕੀ ਸੀ। ਕੌਰਨਲੈਂਡ ਯਾਨੀ ਮੱਕੀ ਉਗਦੀ ਸੀ। ਉਹ ਪਹਿਲਾਂ ਨਾਲੋਂ 10 ਗੁਣਾ ਬਿਹਤਰ ਜ਼ਿੰਦਗੀ ਜੀ ਰਿਹਾ ਸੀ ਤੇ ਉਸ ਕੋਲ ਕਾਫੀ ਜ਼ਮੀਨ ਸੀ ਅਤੇ ਉਹ ਜਿੰਨਾ ਚਾਹੇ ਉਹਨੇ ਪਸ਼ੂ ਜਿਹੜੇ ਹੈਗੇ ਨੇ ਉਹ ਰੱਖ ਸਕਦਾ ਸੀ। Pacom was pleased with it all, but when he got used to it, he began to think that even here he had not enough land. The first year he sowed wheat on his land and had a good crop. After a time, Pacom noticed that some peasant dealers were living on separate farms and were growing wealthy, and he thought, if I were to buy some more land, it would be a different thing altogether. The question of buying more land recurred to him again and again. ਹੁਣ ਪਖੌਮ ਇਹ ਸਭ ਦੇਖ ਕੇ ਖੁਸ਼ ਸੀ, ਪਰ ਜਦੋਂ ਉਸਨੂੰ ਆਦਤ ਪੈ ਗਈ ਸੀ ਜ਼ਿੰਦਗੀ ਦੀ ਤੇ ਉਹ ਸੋਚਣ ਲੱਗਾ ਕਿ ਇੱਥੋਂ ਵੀ ਉਸ ਕੋਲ ਕਾਫੀ ਜ਼ਿਆਦਾ ਜ਼ਮੀਨ ਮਤਲਬ ਜਿੱਥੇ ਉਹ ਹੈਗਾ ਹੈ ਜ਼ਿਆਦਾ ਜ਼ਮੀਨ ਨਹੀਂ ਹੈਗੀ। ਪਹਿਲੇ ਸਾਲ ਦੇ ਵਿੱਚ ਉਸਨੇ ਆਪਣੀ ਜ਼ਮੀਨ ਤੇ ਕਣਕ ਦੀ ਬਿਜਾਈ ਕੀਤੀ ਤੇ ਚੰਗੀ ਫਸਲ ਹੋਈ ਤੇ ਬਾਅਦ ਵਿੱਚ ਜਦੋਂ ਥੋੜਾ ਜਿਹਾ ਸਮਾਂ ਲੰਘ ਗਿਆ ਤਾਂ ਪਖੌਮ ਨੇ ਦੇਖਿਆ ਕਿ ਕੁਝ ਕਿਸਾਨ ਜਿਹੜੇ ਹੈਗੇ ਨੇ ਜਿਹੜੇ ਵਪਾਰ ਕਰਦੇ ਨੇ ਕਿਸਾਨ ਵੇਚਦੇ ਨੇ ਆਪਣੀ ਫਸਲ ਨੂੰ ਉਹ ਕਿਸਾਨ ਵਪਾਰਕ ਵੱਖਰੇ ਰਹਿ ਰਹੇ ਨੇ ਅਤੇ ਅਮੀਰ ਵੀ ਹੈਗੇ ਨੇ ਕਾਫੀ। ਤੇ ਉਸਨੇ ਸੋਚਿਆ ਕਿ ਅੰਦਰ ਹੀ ਅੰਦਰ ਉਹ ਸੋਚਦਾ ਸੀ ਜੇ ਮੈਂ ਕੁਝ ਹੋਰ ਜ਼ਮੀਨ ਖਰੀਦ ਲੈਂਦਾ ਇੱਥੇ ਤਾਂ ਬਿਲਕੁਲ ਵੱਖਰੀ ਗੱਲ ਹੋਏਗੀ ਨਾ ਮਤਲਬ ਉਹ ਤਾਂ ਮਤਲਬ ਮੇਰਾ ਸਟਾਈਲ ਚੇਂਜ ਹੋ ਜਾਏਗਾ ਤਾਂ ਉਹਦੇ ਦਿਮਾਗ ਦੇ ਵਿੱਚ ਹੋਰ ਜ਼ਮੀਨ ਖਰੀਦਣ ਬਾਰੇ ਬਾਰ-ਬਾਰ ਥਾਟ ਆ ਰਹੇ ਸੀ ਵਿਚਾਰ ਆ ਰਹੇ ਸੀ ਵੀ ਮੈਂ ਹੋਰ ਅਮੀਰ ਹੋ ਜਾ। So Pacom began looking out for land which he could buy, and he came across a peasant who had bought 1,300 acres. But having got into difficulties was willing to sell again cheap. ਤੇ ਪਖੌਮ ਕਿਉਂਕਿ ਉਹਦੇ ਦਿਮਾਗ ਦੇ ਵਿੱਚ ਭਾਲ ਸੀਗੀ ਵੀ ਮੈਂ ਹੋਰ ਜ਼ਮੀਨ ਖਰੀਦਾਂ ਤੇ ਜ਼ਮੀਨ ਦੀ ਭਾਲ ਕਰਨ ਲੱਗਾ। ਜਦੋਂ ਉਹ ਅਖੀਰ ਦੇ ਵਿੱਚ ਜ਼ਮੀਨ ਲੱਭ ਰਿਹਾ ਸੀ ਤਾਂ ਉਹ ਇੱਕ ਕਿਸਾਨ ਦੇ ਸਾਹਮਣੇ ਆਈ ਜਾਂ ਉਸਨੂੰ ਮਿਲਿਆ ਜਿਸ ਨੇ ਆਪਣੇ ਲਈ ਕਿਸਾਨ ਨੇ ਆਪਣੇ ਲਈ 1300 ਏਕੜ ਦੀ ਜਿਹੜੀ ਜ਼ਮੀਨ ਸੀ ਉਹ ਖਰੀਦ ਲਈ ਸੀ ਪਰ ਹੁਣ ਉਹ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਸੀ ਜਾਂ ਉਹ ਮਤਲਬ ਕੋਈ ਪ੍ਰੋਬਲਮ ਚੱਲ ਰਹੀ ਸੀ ਤੇ ਉਹ ਸਸਤੀ ਉਸ ਜ਼ਮੀਨ ਨੂੰ ਵੇਚਣਾ ਚਾਹੁੰਦਾ ਸੀ। Pacom bargained and haggled with him. Pacom ਨੇ ਕਿਉਂਕਿ ਉਹਨੂੰ ਸਿਚੁਏਸ਼ਨ ਪਤਾ ਚੱਲ ਗਈ ਸੀ ਤਾਂ ਉਹਨੇ ਉਹਦੇ ਨਾਲ ਸੌਦਾ ਮਾਰਿਆ ਵੀ ਮਨਾਣਾ ਹੀ ਮਨਾਣਾ ਤੁਸੀਂ ਜਿਵੇਂ ਕਰਕੇ ਵੀ ਬਸ ਤੁਸੀਂ ਜ਼ਮੀਨ ਖਰੀਦਣੀ ਉਹਦੀ ਤਾਂ ਹੈਗਲ ਕਹਿਣ ਦਾ ਮਤਲਬ ਇਹ ਵੀ ਔਖੇ ਸੌਖੇ ਹੋ ਕੇ ਕਨਵਿੰਸ ਕਰਨਾ। And at last they settled the price at 1,500 rubles, part in cash and part to be paid later. ਵੀ 1500 ਰੂਬਲ ਦੇ ਵਿੱਚ ਖਰੀਦ ਲਓ, ਥੋੜਾ ਜਿਹਾ ਹੁਣ ਪੇ ਕਰ ਦਿਓ ਤੇ ਥੋੜਾ ਜਿਹਾ ਬਾਅਦ ਦੇ ਵਿੱਚ ਪੈਸਾ ਦੇ ਦਿਓ। They had all but clinched the matter when a passing dealer happened to stop at Pacom's one day to get a feed for his horses. ਹੁਣ ਉਹ ਜਿਹੜੇ ਲੋਕ ਸੀ ਉਹ ਫਾਈਨਲ ਅਗਰੀਮੈਂਟ ਤੇ ਪਹੁੰਚ ਹੀ ਗਏ ਸੀ। ਇੰਨੀ ਦੇਰ ਨੂੰ ਇੱਕ ਬੰਦਾ ਜਿਹੜਾ ਹੈ ਡੀਲਰ ਵਪਾਰੀ ਉਹ ਪਕੌਮ ਦੇ ਘਰ ਦੇ ਅੱਗੋਂ ਨਿਕਲ ਰਿਹਾ ਸੀ ਤੇ ਉਹ ਰੁਕ ਗਿਆ ਉੱਥੇ ਕਿਉਂਕਿ ਉਸਨੇ ਆਪਣੇ ਘੋੜਿਆਂ ਨੂੰ ਚਾਰਾ ਪਾਣਾ ਸੀ। He drank tea with Pacom and they had a talk. The dealer said that he was just returning from the land of Bashkirs, far away. ਵੀ ਇੱਥੋਂ ਵੀ ਦੂਰ ਕੁਝ ਜ਼ਮੀਨ ਹੈਗੀ ਹੈ Bashkirs ਦੀ, where he had bought 13,000 acres, yani enna acres of land, all for ਇਹ ਸਾਰਾ ਉਹਨੇ ਲਿਆ ਸੀ ਇਹ ਤੋਂ ਵੀ ਅੱਧੀ ਦਾਮ ਜਾਂ ਥੋੜੇ ਘੱਟ ਪੈਸੇ ਦੇ ਵਿੱਚ
1,000 rubles. Pacom questioned him further, and the tradesman said, all one need to do is to make friends with the chiefs. I gave away about 100 rubles worth of silk robes and carpets, besides a case of tea, and I gave wine to those who would drink it, and I got the land for less than a penny an acre. And he showed Pacom the title deed, saying, the land lies near a river and a whole prairie is virgin soil. ਉਹਨੇ ਪ੍ਰੇਰੀ ਕੀ ਹੈਗਾ, ਉਹ ਵਾਲਾ ਏਰੀਆ ਜਿੱਥੇ ਘਾਹ ਜਿਹੜਾ ਹੈਗਾ ਬਹੁਤ ਵਧੀਆ ਉਗਦਾ, ਠੀਕ ਹੈ। ਹੁਣ ਇੱਥੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਹੁੰਦਾ ਕੀ ਹੈ। ਹੁਣ ਉਹਦੀ ਪਖੌਮ ਦੀ ਜਿਹੜੀ ਡੀਲ ਹੁੰਦੀ ਹੈ ਉਹ ਕਿਸਾਨ ਨਾਲ ਹੋ ਜਾਂਦੀ ਹੈ, ਜਿਹੜਾ ਡਿਫਿਕਲਟ ਸਮੇਂ ਦੇ ਵਿੱਚ ਲੰਘ ਰਿਹਾ ਸੀ, ਜਿਹਨੂੰ ਪੈਸੇ ਦੀ ਲੋੜ ਸੀ, ਵੀ ਉਹ ਕਹਿੰਦਾ ਵੀ ਠੀਕ ਹੈ ਮੈਂ ਤੇਰੇ ਤੋਂ ਜਿਹੜੀ ਜ਼ਮੀਨ ਹੈਗੀ ਆ ਉਹ ਸਸਤੇ ਦਾਮ ਤੇ ਖਰੀਦ ਲੈਂਦਾ। ਉਹ ਸਸਤਾ ਪੈਸਾ ਕਿੰਨਾ ਸੀ, 1500 ਰੂਬਲ ਦੇ ਵਿੱਚ ਖਰੀਦ ਲੈਂਦਾ, ਵੀ ਅੱਧਾ ਪੈਸਾ ਹੁਣ ਦੇ ਦਾਂਗਾ ਤੇ ਅੱਧਾ ਬਾਅਦ ਚ। ਇਹ ਵੀ ਡੀਲ ਬੜੀ ਸੌਖੀ ਨਹੀਂ ਸੀ, ਇਹ ਗੱਲਬਾਤ ਕਰਕੇ ਉਹਨੂੰ ਮਨਾ ਕੇ ਫੇਰ ਹੀ ਹੋਈ ਸੀ। ਤੇ ਜਦੋਂ ਫਾਈਨਲ ਅਗਰੀਮੈਂਟ ਤੇ ਉਹਨਾਂ ਦਾ ਨਿਪਟਾਰਾ ਹੋ ਹੀ ਰਿਹਾ ਸੀ, ਉਸ ਸਮੇਂ ਇੱਕ ਬੰਦਾ ਜਿਹੜਾ ਡੀਲਰ ਹੈਗਾ ਉਹ ਆਪਣੇ ਘੋੜਿਆਂ ਨੂੰ ਚਾਰਾ ਲੈਣ ਦੇ ਲਈ ਪਖੌਮ ਦੇ ਕੋਲ ਰੁਕਿਆ ਤੇ ਉਸਨੇ ਪਖੌਮ ਨਾਲ ਚਾਹ ਪੀਤੀ ਤੇ ਉਸ ਨਾਲ ਗੱਲਬਾਤ ਕੀਤੀ ਤੇ ਡੀਲਰ ਨੇ ਦੱਸਿਆ ਕਿ ਉਹ ਹੁਣੇ ਦੂਰ ਬਖਸ਼ੀਰਾਂ ਦੀ ਜ਼ਮੀਨ ਤੋਂ ਵਾਪਸ ਆ ਰਿਹਾ ਹੈ, ਜਿੱਥੇ ਉਸਨੇ 13,000 ਏਕੜ ਜ਼ਮੀਨ ਖਰੀਦੀ ਸੀ, ਉਹ ਵੀ ਸਿਰਫ 1000 ਰੂਬਲਸ ਦੇ ਵਿੱਚ। ਤੇ ਇਹ ਗੱਲ ਸੁਣ ਕੇ ਤੁਹਾਨੂੰ ਵੀ ਪਤਾ ਜਿਹੜਾ ਪਖੌਮ ਹੈਗੀ ਉਹਦੀ ਅੱਖਾਂ ਖੁੱਲੀਆਂ ਰਹਿ ਗਈਆਂ ਸੀ ਤੇ ਉਹਨੇ ਉਸਨੂੰ ਹੋਰ ਸਵਾਲ ਕੀਤੇ ਤੇ ਉਹਦੇ ਨਾਲ ਹੋਰ ਜ਼ਿਆਦਾ ਗੱਲਬਾਤ ਕੀਤੀ ਤੇ ਜਿਹੜਾ ਟ੍ਰੇਡਸਮੈਨ ਸੀ, ਜਿਹੜਾ ਵਪਾਰੀ ਸੀ, ਉਹਨੇ ਕਿਹਾ ਕਿ ਸਰਦਾਰਾਂ ਨਾਲ, ਉੱਥੇ ਦੇ ਜਿਹੜੇ ਚੀਫਸ ਹੈਗੇ ਨੇ, ਉਹਨਾਂ ਨਾਲ ਦੋਸਤੀ ਕਰਨ ਦੀ ਲੋੜ ਹੈਗੀ ਹੈ। ਮੈਂ ਉਹਨਾਂ ਨੂੰ ਚਾਹ ਦਾ ਇੱਕ ਕੇਸ ਦਿੱਤਾ, ਇਸ ਤੋਂ ਇਲਾਵਾ ਲਗਭਗ ਤੁਸੀਂ ਇਹ ਕਹਿ ਲਓ ਵੀ ਉਹਨਾਂ ਨੂੰ 100 ਰੂਬਲ ਦੀ ਕੀਮਤ ਦੇ। ਮੈਂ ਉਹਨਾਂ ਨੂੰ ਸਿਲਕ ਦੇ, ਰੇਸ਼ਮੀ ਦੇ ਕੱਪੜੇ, ਗਲੀਚੇ ਦਿੱਤੇ ਤੇ ਮੈਂ ਉਹਨਾਂ ਨੂੰ ਇਹ ਤੋਂ ਇਲਾਵਾ ਵਾਈਨ ਵੀ ਦਿੱਤੀ, ਜਿਹੜੀ ਤਰੀਕੇ ਦੀ ਸ਼ਰਾਬ ਹੁੰਦੀ ਹੈ, ਜਿਹੜੇ ਪੀਂਦੇ ਸੀ ਉਹਨਾਂ ਨੂੰ ਵਾਈਨ ਦਿੱਤੀ। ਤੇ ਮੈਨੂੰ ਤੁਸੀਂ ਇਹ ਕਹਿ ਸਕਦੇ ਹੋ ਵੀ ਜਿਹੜਾ 1 ਏਕੜ ਹੈਗਾ ਉਹ 1 ਪੈਨੀ ਤੋਂ ਵੀ ਬਹੁਤ ਸਸਤਾ ਪਿਆ। ਤੇ ਉਹਨੇ ਉਸ ਤੋਂ ਬਾਅਦ ਪਖੌਮ ਨੂੰ ਉਸ ਕਾਗਜ਼ ਦਿਖਾਏ ਉਸ ਜ਼ਮੀਨ ਦੇ, ਜਿਹਦੇ ਤੇ ਲਿਖਿਆ ਸੀ ਵੀ ਜ਼ਮੀਨ ਜਿਹੜੀ ਹੈ ਇੱਕ ਨਦੀ ਦੇ ਨੇੜੇ ਹੈਗੀ ਆ ਤੇ ਸਾਰੀ ਦੀ ਸਾਰੀ ਪ੍ਰੇਰੀ ਜਿਹੜੀ ਹੈ ਉਹ ਵਰਜਨ ਸੋਇਲ ਹੈ, ਯਾਨੀ ਬਹੁਤ ਵਧੀਆ ਜ਼ਮੀਨ ਹੈਗੀ ਹੈ ਉੱਥੇ। ਵਰਜਨ ਦਾ ਮਤਲਬ ਜਿੱਥੇ ਇੱਕ ਵਾਲ ਵੀ ਜਿਹੜੀ ਫਸਲ ਹੈ ਉਹ ਵੱਢੀ ਨਹੀਂ ਗਈ, ਬਿਲਕੁਲ ਵਧੀਆ ਫਸਲ ਉਗੂਗੀ ਜਦ ਤੁਸੀਂ ਉੱਥੇ ਖੇਤੀਬਾੜੀ ਕਰੋਗੇ। Pacom plied him with questions and the tradesman said, Pacom ਨੇ ਉਹਨੂੰ ਹੋਰ ਮਤਲਬ ਕੰਟੀਨਿਊ ਕੀਤੀ ਆਪਣੀ ਗੱਲਬਾਤ ਤੇ ਵਪਾਰੀ ਨੇ ਕਿਹਾ, there is more land there than you could cover if you walked a year। ਉਹ ਕਹਿੰਦਾ ਜਿਹੜਾ ਵਪਾਰੀ ਸੀ, ਕਹਿੰਦਾ ਇੰਨੀ ਜ਼ਮੀਨ ਹੈਗੀ ਆ ਉੱਥੇ ਵੀ, ਜੇ ਤੁਸੀਂ 1 ਸਾਲ ਵੀ ਚੱਲਦੇ ਰਹੋਗੇ ਤਾਂ ਵੀ ਕਵਰ ਨਹੀਂ ਹੋਣੀ, ਤੁਹਾਡੇ ਤੋਂ ਤੈਅ ਨਹੀਂ ਹੋਣੀ। and it all belongs to, ਇਹ ਸਾਰੀ ਦੀ ਸਾਰੀ ਜਿਹੜੀ ਜ਼ਮੀਨ ਹੈਗੀ ਹੈ ਉਹ ਬਖਸ਼ੀਰਸ ਦੇ ਕੋਲ ਹੈਗੀ ਹੈ। they are as simple as sheep and the land can be got almost for nothing। ਵੀ ਉਹ ਜਿਹੜੇ ਲੋਕ ਹੈਗੇ ਨੇ ਉੱਥੇ ਉਹ ਭੇਡਾਂ ਵਾਂਗ, ਮਤਲਬ ਤੁਸੀਂ ਇਹ ਕਹਿ ਸਕਦੇ ਹੋ ਸਧਾਰਨ ਹੈਗੇ ਨੇ ਤੇ ਜ਼ਮੀਨ ਲਗਭਗ ਤੁਸੀਂ ਇਹ ਕਹਿ ਸਕਦੇ ਹੋ ਕੁਝ ਨਾ ਦੇ ਕੇ ਸਸਤੇ ਦੇ ਵਿੱਚ ਉਹਦੇ ਬਰਾਬਰ ਹੀ ਤੁਸੀਂ ਉੱਥੇ ਜ਼ਮੀਨ ਹਾਸਲ ਕਰ ਸਕਦੇ ਹੋ, ਵੀ ਬਹੁਤ ਜ਼ਿਆਦਾ ਕੀਮਤੀ ਨਹੀਂ ਹੈ, ਮਹਿੰਗੀ ਨਹੀਂ ਹੈ। There is more land, thought Pacom. With my 1,000 rubles, why should I get only 1,300? ਕਿਉਂਕਿ ਉਹ ਪਹਿਲਾਂ ਉਹਨੇ ਜਿਹੜੀ ਡੀਲ ਕੀਤੀ ਸੀ ਉਹ 1000 ਰੂਬਲਸ ਦੇ ਵਿੱਚ ਉਹਨੂੰ 1300 ਏਕੜ ਮਿਲ ਰਿਹਾ ਸੀ। ਉਹ ਕਹਿੰਦਾ ਇਹ ਤੋਂ ਵੀ ਜ਼ਿਆਦਾ ਜ਼ਮੀਨ ਹੈਗੀ ਆ। And saddle myself with a debt beside, ਉਹ ਕਹਿੰਦਾ ਇਸ ਤੋਂ ਇਲਾਵਾ ਮੈਂ ਕਰਜ਼ਾ ਲੈ ਕੇ ਕਿਉਂ ਬੈਠ ਜਾ ਇੱਥੇ, ਹੈ ਨਾ। If I take it out there, I can get more than 10 times as much for the money। ਉਹ ਕਹਿੰਦਾ ਵੀ ਮੈਂ ਇੱਥੋਂ ਛੱਡ ਕੇ ਜੇ ਮੈਂ ਉਹ ਬਖਸ਼ੀਰ ਦੇ ਏਰੀਆ ਵਿੱਚ ਚਲਾ ਜਾਵਾਂ ਤੇ ਇਹਦੇ ਤੋਂ ਵੀ ਜ਼ਿਆਦਾ 10 ਗੁਣਾ ਵੱਧ ਜ਼ਮੀਨ ਮੈਨੂੰ ਮਿਲ ਸਕਦੀ ਹੈ, ਮੇਰੇ ਪੈਸੇ ਦਾ ਮੁੱਲ ਪੈ ਸਕਦਾ ਹੈ, ਮੈਨੂੰ ਕਰਜ਼ਾ ਵੀ ਨਹੀਂ ਲੈਣਾ ਪਏਗਾ। ਅੱਗੇ ਚੱਲਦੇ ਹਾਂ। Pacom left his wife to look after the homestead and started on his journey, taking the tradesmen with him. On and on they went until they had gone more than 300 miles। ਉੱਥੋਂ ਘਰ ਤੋਂ
300 ਮਾਈਲਸ ਦੂਰ ਉੱਡ ਗਏ ਤੇ ਪਖੌਮ ਨੇ ਕੀ ਕੀਤਾ, ਆਪਣੀ ਜਿਹੜੀ ਪਤਨੀ ਸੀ ਉਹਨੂੰ ਘਰ ਦੀ ਦੇਖਭਾਲ ਲਈ ਛੱਡ ਦਿੱਤਾ ਤੇ ਵਪਾਰੀ ਨੂੰ ਆਪਣੇ ਨਾਲ ਲੈ ਕੇ ਉਹ ਯਾਤਰਾ ਤੇ ਸ਼ੁਰੂ ਹੋ ਗਿਆ ਬਖਸ਼ੀਰ ਦੇ ਏਰੀਆ ਤੱਕ ਜਾਣ ਲਈ। ਤੇ ਉਹ ਵੱਧਦੇ ਰਹੇ ਜਦ ਤੱਕ ਕਿ ਉਹਨਾਂ ਨੇ 300 ਮੀਲ ਤੈਅ ਨਹੀਂ ਕਰ ਲਿਆ। ਐਂਡ ਔਨ ਦ 7th ਡੇ, 7ਵੇਂ ਦਿਨ, they came to a place where Bakshir had pitched their tents। ਤਾਂ 7ਵੇਂ ਦਿਨ ਉਹ ਉੱਥੇ ਪਹੁੰਚ ਗਏ ਜਿੱਥੇ ਬਖਸ਼ੀਰ ਦੇ ਟੈਂਟ ਲੱਗੇ ਹੋਏ ਸੀ। It was all just as the tradesmen had said। ਤੇ ਉਹ ਐਵੇਂ ਹੀ ਲੱਗ ਰਿਹਾ ਸੀ ਸਭ ਕੁਝ ਜਿਵੇਂ ਕਿ ਵਪਾਰੀ ਨੇ ਦੱਸਿਆ ਸੀ। As soon as they saw Pakhom, they came out of their tents and gathered around their visitor। An interpreter was found and Pakhom told them that he had come about to have some land। The Bakshir seemed very glad। They took Pakhom and led him into one of the best tents, where they made him sit on some down cushions placed on a carpet while they sat around him। They gave him some tea and kumis and had a sheep killed and gave him mutton to eat। Pakhom took presents out of his cart and distributed them among the Bakshirs and divided the tea amongst them। The Bakshirs were delighted। They talked a great deal among themselves and then told the interpreter to translate। ਹੁਣ ਹੋਇਆ ਕੀ, ਜਦ ਬਖਸ਼ੀਰਸ ਦੇ ਇਲਾਕੇ ਦੇ ਵਿੱਚ ਉਹ ਪਹੁੰਚਿਆ ਤੇ ਜਿਵੇਂ ਹੀ ਉਹਨਾਂ ਨੇ ਬਖਸ਼ੀਰਸ ਦੇ ਪਖੌਮ ਨੂੰ ਦੇਖਿਆ ਤੇ ਉਹ ਆਪਣੇ ਟੈਂਟਸ ਦੇ ਵਿੱਚੋਂ ਬਾਹਰ ਆ ਗਏ ਤੇ ਆਪਣੇ ਸਾਰੇ ਦੇ ਸਾਰੇ ਜਿਹੜੇ ਲੋਕ ਸੀ ਉਹਨਾਂ ਦੇ ਆਲੇ ਦੁਆਲੇ ਖੜੇ ਹੋ ਗਏ। ਤੇ ਇੰਨੀ ਦੇਰ ਨੂੰ ਇੱਕ ਇੰਟਰਪ੍ਰੇਟਰ ਕਹਿਣ ਦਾ ਮਤਲਬ ਇਹ ਹੁੰਦਾ ਹੈ ਵੀ ਜਿਹੜਾ ਦੋਨੋਂ ਸਿਰੇ ਦੀਆਂ ਭਾਸ਼ਾਵਾਂ ਨੂੰ ਬਦਲ ਕੇ ਦੱਸ ਸਕੇ, ਜਿਹਦੇ ਵਿੱਚ ਦੋਨਾਂ ਨੂੰ ਪਤਾ ਚੱਲ ਸਕੇ ਵੀ ਆਮਣੇ ਸਾਹਮਣੇ ਵਾਲਾ ਕੀ ਕਹਿ ਰਿਹਾ। ਤੇ ਇੱਕ ਇੰਟਰਪ੍ਰੇਟਰ ਜਿਹੜਾ ਹੈਗਾ ਉਹਦੀ ਭਾਲ ਕੀਤੀ ਗਈ ਤੇ ਪਖੌਮ ਜਿਹੜਾ ਹੈਗਾ ਉਹਨੇ ਇੰਟਰਪ੍ਰੇਟਰ ਨੂੰ ਦੱਸਿਆ ਇੱਥੇ ਕਿ ਉਹ ਕੁਝ ਜ਼ਮੀਨ ਲੈਣ ਲਈ ਆਇਆ। ਇਹ ਸੁਣ ਕੇ ਜਿਹੜੇ ਬਖਸ਼ੀਰ ਸੀ ਉਹ ਬਹੁਤ ਖੁਸ਼ ਜਾਪਦੇ ਸੀ ਤੇ ਉਹਨਾਂ ਨੇ ਪਖੌਮ ਨੂੰ ਉਹ ਅੰਦਰ ਲੈ ਗਏ ਤੇ ਸਭ ਤੋਂ ਵਧੀਆ ਜਿਹੜਾ ਟੈਂਟ ਸੀ ਉਹਦੇ ਵਿੱਚ ਉਸਨੂੰ ਬਿਠਾਇਆ। ਥੱਲੇ ਨਾ ਇੱਕ ਜਿਵੇਂ ਆਪਾਂ ਕਹਿ ਸਕਦੇ ਹਾਂ ਗਲੀਚੇ ਤੇ ਰੱਖੇ ਹੋਏ ਹੇਠਾਂ ਜਿਹੜੇ ਕੁਸ਼ਨਸ ਹੁੰਦੇ ਆ ਜਾਂ ਗੱਦੀਆਂ ਹੁੰਦੀਆਂ ਨੇ ਉਹਦੇ ਤੇ ਬਿਠਾ ਦਿੱਤਾ ਤੇ ਉਹ ਉਹਦੇ ਆਲੇ ਦੁਆਲੇ ਸਾਰੇ ਬੈਠ ਕੇ ਉਹਨਾਂ ਨੇ ਉਸਨੂੰ ਚਾਹ ਦਿੱਤੀ ਹੈ ਨਾ, ਸਾਰਾ ਕੁਝ ਜਿਹੜਾ ਵੀ ਹੈਗਾ ਉਹ ਕੁਸੀਮ ਹੁੰਦਾ ਇੱਕ ਤਰੀਕੇ ਦੀ ਸ਼ਰਾਬ, ਉਹ ਪਿਲਾਈ ਤੇ ਉਸ ਤੋਂ ਬਾਅਦ ਇੱਕ ਬੱਕਰੀ ਮਰਵਾਈ ਤੇ ਉਹਨੂੰ ਮਟਨ ਖਿਲਾਇਆ। ਇੰਨੀ ਦੇਰ ਨੂੰ ਜਿਹੜਾ ਪਖੌਮ ਸੀ ਉਹਨੇ ਵੀ ਆਪਣਾ ਗੇਮ ਖੇਲਣੀ ਸ਼ੁਰੂ ਕਰ ਦਿੱਤੀ। ਪਖੌਮ ਨੇ ਆਪਣੇ ਜਿਹੜਾ ਸਮਾਨ ਸੀ, ਆਪਣਾ ਜਿਹੜਾ ਗੱਡਾ ਸੀ ਉਹਦੇ ਵਿੱਚੋਂ ਪ੍ਰੈਜ਼ੈਂਟਸ ਯਾਨੀ ਗਿਫਟਸ ਕੱਢੇ ਤੇ ਸਾਰੇ ਬਖਸ਼ੀਰਾਂ ਨੂੰ ਵੰਡ ਦਿੱਤੇ। ਤੇ ਉਹ ਇਸ ਦੇ ਨਾਲ ਉਹਨਾਂ ਨੂੰ ਜਿਹੜੀ ਚਾਹ ਪਸੰਦ ਹੈ ਨਾ ਉਹ ਵੀ ਉਹ ਲੈ ਕੇ ਆਇਆ ਸੀ ਗਿਫਟ ਦੇ ਤੌਰ ਤੇ ਜਿਹੜੇ ਬਖਸ਼ੀਰ ਸੀ ਉਹ ਬਹੁਤ ਖੁਸ਼ ਹੋਏ ਤੇ ਆਪਸ ਦੇ ਵਿੱਚ ਜਦੋਂ ਗੱਲਬਾਤ ਕਰਨ ਲੱਗੇ, ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੇ ਇੰਟਰਪ੍ਰੇਟਰ ਨੂੰ ਜਿਹੜਾ ਟ੍ਰਾਂਸਲੇਟ ਕਰਕੇ ਦੱਸਦਾ ਹੈ ਉਹਨੂੰ ਕੁਝ ਕਿਹਾ। They wish to tell you, said the interpreter, that they like you and that it is our custom to do all we can to please a guest and to repay him for his gifts। You have given us presents, now tell us which of the things we possess please you best and we may present them to you। ਤੇ ਜਿਹੜਾ ਇੰਟਰਪ੍ਰੇਟਰ ਸੀ ਉਹਨੇ ਗੱਲ ਕਹੀ ਵੀ ਬਖਸ਼ੀਰ ਮੈਨੂੰ ਇਹ ਕਹਿ ਰਹੇ ਨੇ, ਉਹਨਾਂ ਨੇ ਮੈਨੂੰ ਇਹ ਦੱਸਿਆ, ਉਹ ਤੁਹਾਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਉਹ ਤੁਹਾਨੂੰ ਪ੍ਰਸੰਨ ਕਰਨਾ ਯਾਨੀ ਖੁਸ਼ ਕਰਨਾ ਚਾਹੁੰਦੇ ਨੇ ਤੇ ਇਹ ਉਹਨਾਂ ਦਾ ਇੱਕ ਰਿਵਾਜ ਹੈਗਾ ਕਿ ਉਹ ਮਹਿਮਾਨ ਨੂੰ ਖੁਸ਼ ਕਰਨ ਦੇ ਲਈ ਜੋ ਵੀ ਆਪਣਾ ਬੈਸਟ ਚੀਜ਼ ਹੈਗੀ ਹੈ ਉਹ ਦਿੰਦੇ ਨੇ। ਤੁਸੀਂ ਉਹਨਾਂ ਨੂੰ ਇੰਨੇ ਤੋਹਫੇ ਦਿੱਤੇ ਹੈਗੇ ਨੇ ਤੇ ਉਹਨਾਂ ਦਾ ਰਿਵਾਜ ਹੈਗਾ ਵੀ ਉਹ ਵਾਪਸ ਕਰਦੇ ਨੇ ਤੇ ਉਹਨਾਂ ਨੂੰ ਤੁਹਾਡੇ ਤੋਹਫੇ ਪਸੰਦ ਆਏ ਤੇ ਉਹ ਇਹ ਪੁੱਛ ਰਹੇ ਨੇ ਵੀ ਉਹਨਾਂ ਕੋਲ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਨੇ ਉਹਨਾਂ ਵਸਤੂਆਂ ਦੇ ਵਿੱਚੋਂ ਤੁਹਾਨੂੰ ਸਭ ਤੋਂ ਚੰਗੀ ਕਿਹੜੀ ਲੱਗੀ ਉਹ ਤੁਹਾਨੂੰ ਪੇਸ਼ ਕਰਨਗੇ। What pleases me best here, answered Pakhom, is your land। Our land is crowded and the soil is exhausted, but you have plenty of land and it is good land। I never saw the like of it।
ਇੱਥੇ ਉਹ ਦੱਸਦਾ ਵੀ ਮੈਨੂੰ ਜਿਹੜੀ ਚੀਜ਼ ਪਸੰਦ ਆਈ, ਜਵਾਬ ਦਿੰਦਾ ਉਹ, ਮੇਰੇ ਲਈ ਸਭ ਤੋਂ ਵਧੀਆ ਕੀ ਹੈ ਇੱਥੇ? ਤੁਹਾਡੀ ਜ਼ਮੀਨ। ਜਿਹੜੀ ਸਾਡੀ ਜ਼ਮੀਨ ਹੈਗੀ ਨਾ, ਪਖੌਮ ਦੱਸਦਾ ਉੱਥੇ ਬਹੁਤ ਭੀੜ ਭੜੱਕਾ ਹੈਗਾ ਹੈ, ਮਿੱਟੀ ਵੀ ਖਰਾਬ ਹੋ ਚੁੱਕੀ ਹੈ, ਇੰਨੀ ਫਸਲ ਵਾਈ ਗਈ ਹੈ ਉੱਥੇ, ਪਰ ਤੁਹਾਡੇ ਕੋਲ ਬਹੁਤ ਜ਼ਮੀਨ ਹੈਗੀ ਹੈ ਤੇ ਚੰਗੀ ਜ਼ਮੀਨ ਹੈਗੀ ਹੈ। ਮੈਂ ਜਿਹੜਾ ਇਨਸਾਨ ਹੈਗਾ ਮੈਂ ਇਹ ਜੀ ਕਦੇ ਜ਼ਮੀਨ ਨਹੀਂ ਦੇਖੀ। Pacom immediately fetched the best dressing gown and 5 pounds of tea and offered these to the chief. Pacom ਨੇ ਤੁਰੰਤ ਹੀ ਸਭ ਤੋਂ ਵਧੀਆ ਜਿਹੜਾ ਗਾਊਨ ਉਹ ਲੈ ਕੇ ਆਇਆ ਸੀ, ਕੱਪੜੇ, ਅਤੇ 5 ਪੌਂਡ ਦੀ ਚਾਹ ਜਿਹੜੀ ਉਹ ਲੈ ਕੇ ਆਇਆ ਸੀ ਤੋਹਫੇ ਵਜੋਂ, ਹੋਰ ਚੀਜ਼ਾਂ ਉਹਨੇ ਫਟਾਫਟ ਜਿਹੜਾ ਮੁਖੀਆ ਸੀ ਉਹਨੂੰ ਦੇ ਦਿੱਤੀ। The chief accepted them and seated himself in the place of honor. ਤੇ ਜਿਹੜਾ ਇਹ ਤੋਹਫਾ ਸੀ, ਮੁਖੀਏ ਨੇ ਉਹਨੂੰ ਸਵੀਕਾਰ ਕਰ ਲਿਆ ਤੇ ਆਪਣੇ ਆਪ ਨੂੰ सम्मान ਦੀ ਥਾਂ ਤੇ ਉਹਨੇ ਬਿਠਾ ਦਿੱਤਾ ਜਾਂ ਉਹ ਬੈਠ ਗਿਆ। The Bakshirs at once began telling him something. ਤੇ ਇਹ ਹੋ ਕੇ ਜਦੋਂ ਬੈਠ ਗਿਆ ਤੇ ਜਿਹੜੇ ਬਖਸ਼ੀਰ ਸੀ ਬਾਕੀ ਦੇ, ਉਹ ਮੁਖੀਏ ਨੂੰ ਕੁਝ ਦੱਸਣ ਲੱਗੇ। The chief listened for a while, then made a sign with his head for them to be silent, and addressing himself to Pacom said in Russian, "Well, let it be so. Choose whatever piece of land you like. We have plenty of it." ਜਦ ਉਹਨਾਂ ਦੀ ਆਪਸ ਦੇ ਵਿੱਚ ਚਰਚਾ ਹੋ ਗਈ ਮੁਖੀਏ ਦੀ, ਉਸ ਤੋਂ ਬਾਅਦ ਉਹਨੇ ਬਾਕੀ ਸਭ ਨੂੰ ਇਸ਼ਾਰਾ ਕੀਤਾ ਚੁੱਪ ਰਹਿਣ ਦੇ ਲਈ, ਸੰਕੇਤ ਜਿਵੇਂ ਹੁੰਦਾ ਇੱਕ ਸਾਹ ਲੈ ਕੇ ਕਿ ਚੁੱਪ, ਅਤੇ ਆਪਣੇ ਆਪ ਨੂੰ ਉਹ ਜਦ ਪਖੌਮ ਵੱਲ ਮੁੱਖ ਮੋੜਦਾ ਉਹਨੂੰ ਸੰਬੋਧਿਤ ਕਰਦੇ ਹੋਏ ਰਸ਼ੀਅਨ ਲੈਂਗੁਏਜ, ਰੂਸੀ ਵਿੱਚ ਕਹਿੰਦਾ, ਅੱਛਾ ਠੀਕ ਹੈ, ਜਿੱਦੇ ਤੁਹਾਨੂੰ ਠੀਕ ਲੱਗੇ, ਜ਼ਮੀਨ ਦਾ ਜਿਹੜਾ ਵੀ ਟੁਕੜਾ ਤੁਹਾਨੂੰ ਪਸੰਦ ਹੈ ਤੁਸੀਂ ਲੈ ਲਓ, ਸਾਡੇ ਕੋਲ ਬਹੁਤ ਜ਼ਮੀਨ ਹੈਗੀ ਹੈ। And what will be the price? asked Pacom. ਤੇ ਇਹ ਗੱਲ ਸੁਣ ਕੇ ਪਖੌਮ ਨੇ ਪੁੱਛਿਆ ਵੀ ਠੀਕ ਹੈ, ਇਹ ਤਾਂ ਠੀਕ ਗੱਲ ਹੈ, ਫਿਰ ਕੀਮਤ ਕਿੰਨੀ ਹੋਏਗੀ? Our price is always the same, 1000 rubles a day. Pacom did not understand. ਤੇ ਉਹਨੇ ਜ਼ਮੀਨ ਦਾ ਟੁਕੜੇ ਦਾ ਜਦ ਜਵਾਬ ਦਿੱਤਾ ਵੀ ਕਿੰਨੀ ਕੀਮਤ ਹੈ, ਉਹ ਕਹਿੰਦਾ ਸਾਡੀ ਕੀਮਤ ਹਮੇਸ਼ਾ ਇੱਕੋ ਜੀ ਰਹੀ ਹੈ ਵੀ 1000 ਰੂਬਲ ਇੱਕ ਦਿਨ ਦਾ, ਮਤਲਬ 1000 ਰੂਬਲਸ one day ਲਈ। ਪਖੌਮ ਨੂੰ ਇਹ ਗੱਲ ਸਮਝ ਨਹੀਂ ਆਉਂਦੀ, a day ਮਤਲਬ ਮੈਂ ਇੱਕ ਦਿਨ ਲਈ ਥੋੜੀ ਜ਼ਮੀਨ ਲੈਣੀ ਹੈ, what measure is that? How many acres would that be? ਉਹ ਕਹਿੰਦਾ ਇੱਕ ਦਿਨ ਕਿੰਨੇ ਏਕੜ ਹੋਣਗੇ ਵੀ, ਇਹਦੇ ਵਿੱਚ ਦਿਨ ਦਾ ਕੀ ਹਿਸਾਬ ਹੈ ਜ਼ਮੀਨ ਦਾ, ਹੈ ਨਾ, ਕਿੰਨੀ ਜ਼ਮੀਨ ਹੈ ਮੈਨੂੰ ਆ ਦੱਸੋ। We do not know how to reckon it out, said the chief. ਤੇ ਜਿਹੜਾ ਚੀਫ ਹੈਗਾ, ਜਿਹੜਾ ਮੁਖੀਆ ਹੈਗਾ, ਉਹ ਕਹਿੰਦਾ ਸਾਨੂੰ ਨਹੀਂ ਪਤਾ ਇਸ ਨੂੰ ਕਿਵੇਂ ਗਿਣਨਾ ਹੈਗਾ। We sell it by the day. ਅਸੀਂ ਦਿਨ ਦੇ ਹਿਸਾਬ ਨਾਲ ਇਹਨੂੰ ਵੇਚਦੇ ਹੈਗੇ ਆ। As much as you can go round on your feet in a day is yours, and the price is 1000 rubles a day. ਉਹ ਕਹਿੰਦਾ ਅਸੀਂ ਮਾਪਦੇ ਨਹੀਂ ਹੈਗੇ ਆ, ਜਿੰਨਾ ਤੁਸੀਂ ਇੱਕ ਦਿਨ ਦੇ ਵਿੱਚ ਆਪਣੇ ਪੈਰਾਂ ਤੇ ਘੁੰਮ ਸਕਦੇ ਹੋ, ਜ਼ਮੀਨ ਤੈਅ ਕਰ ਸਕਦੇ ਹੋ, ਉਹ ਤੁਹਾਡੀ ਹੋਏਗੀ ਅਤੇ ਕੀਮਤ 1000 ਰੂਬਲ ਹੀ ਹੋਏਗੀ। Pacom was surprised. Pacom ਹੈਰਾਨ ਹੋ ਗਿਆ। But in a day you can get around a large tract of land, he said. ਕਹਿੰਦਾ ਇੱਕ ਦਿਨ ਦੇ ਵਿੱਚ ਤੁਸੀਂ ਜ਼ਮੀਨ ਦੇ ਇੱਕ ਵੱਡੇ ਹਿੱਸੇ ਨੂੰ ਘੇਰ ਸਕਦੇ ਹੋ, ਪੈਰਾਂ ਤੇ ਜਾ ਕੇ ਪੂਰਾ ਕਰ ਸਕਦੇ ਹੋ। The chief laughed. ਤੇ ਜਿਹੜਾ ਮੁਖੀਆ ਉਹ ਹੱਸਣ ਲੱਗ ਪਿਆ। It will all be yours, said he. ਉਹ ਕਹਿੰਦਾ ਫਿਰ ਠੀਕ ਹੈ, ਉਹ ਸਾਰੀ ਤੁਹਾਡੀ, but there is one condition. ਕਹਿੰਦਾ ਪਰ ਇੱਕ ਸ਼ਰਤ ਹੈ। If you don't return on the same day to the same spot whence you started, your money is lost. ਕਹਿੰਦਾ ਸ਼ਰਤ ਇਹ ਹੈਗੀ ਹੈ ਵੀ ਉਸ ਥਾਂ ਤੇ ਜੇ ਤੁਸੀਂ ਵਾਪਸ ਨਾ ਆਏ ਉਸੇ ਦਿਨ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ ਸੀ, ਤਾਂ ਤੁਹਾਡੇ ਪੈਸੇ ਸਮਝੋ ਗਵਾਚ ਗਏ, ਫਿਰ 1000 ਰੂਬਲ ਤੁਹਾਨੂੰ ਦੇਣੇ ਹੀ ਪੈਣਗੇ। Pacom was delighted. Pacom ਬਹੁਤ ਖੁਸ਼ ਹੋਇਆ। It was decided to start early next morning. ਤੇ ਉਹਨੇ ਇਹ ਸੋਚਿਆ ਵੀ ਠੀਕ ਹੈ, ਅਗਲੇ ਦਿਨ ਮੈਂ ਸਵੇਰੇ ਸਵੇਰੇ ਸਾਜਰੇ ਸ਼ੁਰੂ ਕਰਾਂਗਾ ਤਾਂ ਕਿ ਜ਼ਿਆਦਾ ਹਿੱਸਾ ਕਵਰ ਕਰ ਸਕਾਂ। They gave Pacom a feather bed to sleep on, and the Bakshirs disappeared for the night. ਤੇ ਜਿਹੜਾ Pacom ਸੀ ਰਾਤ ਉਹਨੇ ਉੱਥੇ ਹੀ ਕੱਢਣੀ ਸੀ, ਤੇ ਉਹਨਾਂ ਨੇ ਬਖਸ਼ੀਰਸ ਨੇ ਉਹਨਾਂ ਨੂੰ ਸੌਣ ਦੇ ਲਈ ਇੱਕ ਖੰਭ ਵਾਲਾ ਬਿਸਤਰਾ ਦਿੱਤਾ ਤੇ ਉੱਥੋਂ ਚਲੇ ਗਏ। Pacom lay on the feather bed but could not sleep. He kept thinking about the land. What a large tract I will mark off, thought he. I can easily do 35 miles a day.
ਪਖੌਮ ਜਿਹੜਾ ਖੰਭ ਦੇ ਬਿਸਤਰੇ ਤੇ ਲੇਟਿਆ ਹੋਇਆ ਸੀ, ਪਰ ਉੱਥੇ ਲੇਟ ਕੇ ਉਹਨੂੰ ਨੀਂਦ ਨਹੀਂ ਆ ਰਹੀ ਸੀ। ਉਹ ਸੋਚ ਰਿਹਾ ਸੀ ਜ਼ਮੀਨ ਬਾਰੇ। ਉਹ ਕਹਿੰਦਾ ਮੈਂ ਇੰਨੇ ਵੱਡੇ ਜ਼ਮੀਨ ਦੇ ਹਿੱਸੇ ਤੇ ਆਪਣੀ ਨਿਸ਼ਾਨਦੇਹੀ ਕਰ ਲਾਂਗਾ, ਚੱਲ ਲਾਂਗਾ। ਤੇ ਉਹ ਕਹਿੰਦਾ ਮੈਂ ਇੱਕ ਦਿਨ ਦੇ ਵਿੱਚ 35 ਮੀਲ ਆਸਾਨੀ ਨਾਲ ਤੈਅ ਕਰ ਸਕਦਾ। In the morning he got up, roused his man who was sleeping in his cart, bade him harness and went to call the bakshirs. ਫਿਰ ਅਗਲੀ ਸਵੇਰ ਜਦੋਂ ਉੱਠਿਆ, ਉਹਨੇ ਆਪਣੇ ਨਾਲ ਦਾ ਜਿਹੜਾ ਬੰਦਾ ਸੀ, ਜਿਹੜਾ ਲੈ ਕੇ ਆਇਆ ਸੀ ਉਹ ਆਪਣੇ ਨਾਲ, ਉਹ ਕਾਰਟ ਦੇ ਵਿੱਚ ਹੀ ਸੋ ਰਿਹਾ ਸੀ। ਠੀਕ ਹੈ, ਉਹਨੂੰ ਜਗਾਇਆ, ਆਪਣੇ ਘੋੜੇ ਨੂੰ ਬੰਨਿਆ ਤੇ ਉਸ ਤੋਂ ਬਾਅਦ ਉਹ ਬਖਸ਼ੀਰਸ ਨੂੰ ਬੁਲਾਉਣ ਚਲਾ ਗਿਆ। It's time to go to the steppe to measure the land, he said. ਉਹ ਕਹਿੰਦਾ ਹੁਣ ਜ਼ਮੀਨ ਨੂੰ ਮਾਪਣ ਦੇ ਲਈ ਮੈਂ ਮੈਦਾਨ ਦੇ ਵਿੱਚ ਜਾ ਰਿਹਾ, ਉਹਦਾ ਸਮਾਂ ਹੋ ਗਿਆ। The bakshirs rose and assembled and the chief came too. They ascended a hillock called by the bakshirs Shikham, and dismounting from their carts and their horses gathered in one spot. The chief came up to Pakhom and stretching out his arms towards the play. ਹੁਣ ਹੋਇਆ ਕਿ ਬਖਸ਼ੀਰ ਜਿਹੜੇ ਸੀ ਉਹ ਸਾਰੇ ਇਕੱਠੇ ਹੋ ਗਏ ਇੱਕ ਥਾਂ ਤੇ ਉਹਨਾਂ ਦਾ ਜਿਹੜਾ ਚੀਫ ਸੀ ਉਹ ਵੀ ਆ ਗਿਆ, ਯਾਨੀ ਉਹਨਾਂ ਦਾ ਮੁਖੀਆ ਵੀ ਆ ਗਿਆ ਤੇ ਉਹ ਇੱਕ ਪਹਾੜੀ ਉੱਤੇ ਚੜੇ। ਇਸ ਪਹਾੜੀ ਨੂੰ ਸ਼ਿਖਮ ਕਿਹਾ ਜਾਂਦਾ ਸੀ ਬਖਸ਼ੀਰ ਦੇ ਦੁਆਰਾ। ਤੇ ਉਸ ਪਹਾੜੀ ਉੱਤੇ ਚੜਨ ਤੋਂ ਬਾਅਦ ਆਪਣੀਆਂ ਗੱਡੀਆਂ ਤੇ ਘੋੜਿਆਂ ਤੋਂ ਉਤਰਦੇ ਹੋਏ ਇੱਕ ਥਾਂ ਤੇ ਇਕੱਠੇ ਹੋ ਗਏ। ਜਿਹੜਾ ਸਰਦਾਰ ਸੀ ਬਖਸ਼ੀਰ ਦਾ ਮੁਖੀਆ ਸੀ, ਉਹਨੇ ਪਖੌਮ ਵੱਲ ਆਇਆ ਤੇ ਉਹਨੇ ਆਪਣੀ ਜਿਹੜੀ ਬਾਂਹ ਸੀ ਉਹ ਸਾਹਮਣੇ ਜਿਹੜੇ ਪਲੇਨ ਸੀ, ਜਿੱਥੇ ਘਾਹ ਸੀ, ਜ਼ਮੀਨ ਸੀ, ਉਹਦੇ ਵੱਲ ਵਧਾਈ। See, said he, all this, as far as your eye can see, is ours. You may have any part of it you like. ਤੇ ਉਧਰ ਵੇਖਦੇ ਹੋਏ ਪਲੇਨਸ ਵੱਲ ਉਹਨੇ ਕਿਹਾ ਵੀ ਇਹ ਸਭ ਜਿੱਥੇ ਤੱਕ ਤੁਹਾਡੀ ਨਜ਼ਰ ਪਹੁੰਚਦੀ ਹੈ ਸਾਰਾ ਸਾਡਾ ਜ਼ਮੀਨ ਹੈਗੀ ਹੈ, ਸਾਡੀ ਲੈਂਡ ਹੈਗੀ ਹੈ। ਤੁਸੀਂ ਇਹਦਾ ਜਿੰਨਾ ਹਿੱਸਾ ਲੈਣਾ ਹੈ, ਜਿਹੜਾ ਹਿੱਸਾ ਲੈਣਾ ਤੁਸੀਂ ਲੈ ਸਕਦੇ ਹੋ। Pakhom's eyes glistened. It was all virgin soil. ਤੇ ਇਹ ਦੇਖ ਕੇ ਪਖੌਮ ਦੀਆਂ ਜਿਹੜੀਆਂ ਅੱਖਾਂ ਨੇ ਉਹ ਚਮਕ ਉੱਠੀਆਂ ਤੇ ਸਾਰੀ ਦੀ ਸਾਰੀ ਜਿਹੜੀ ਮਿੱਟੀ ਸੀ ਉਹ ਵਰਜਨ ਸੀ, ਯਾਨੀ ਬਹੁਤ ਵਧੀਆ, ਜੇ ਬੀਜੀ ਨਹੀਂ ਹੋਈ ਸੀ ਇੱਕ ਵਾਰ ਵੀ, ਮਤਲਬ ਨੈਚੁਰਲ ਪਈ ਸੀ। The chief took off his fox fur cap, placed it on the ground and said, this will be the mark. Start from here and return here again. All the land you go around shall be yours. ਤੇ ਜਿਹੜਾ ਸਰਦਾਰ ਸੀ ਉਹਨੇ ਆਪਣੀ ਫੌਕਸ ਦੀ, ਲੋਮੜੀ ਦੀ ਫਰ ਦੀ ਜਿਹੜੀ ਟੋਪੀ ਹੈ ਉਹ ਲਾ ਦਿੱਤੀ ਤੇ ਜ਼ਮੀਨ ਤੇ ਰੱਖ ਦਿੱਤੀ। ਤੇ ਉਹਨੇ ਪਖੌਮ ਨੂੰ ਕਿਹਾ ਵੀ ਇਹ ਇੱਕ ਨਿਸ਼ਾਨੀ ਹੈਗੀ ਹੈ, ਨਿਸ਼ਾਨੀ ਹੋਏਗੀ, ਤੁਸੀਂ ਇੱਥੋਂ ਸ਼ੁਰੂ ਕਰੋਗੇ ਤੇ ਇੱਥੇ ਤੁਸੀਂ ਦੁਬਾਰਾ ਵਾਪਸ ਆਣਾ ਹੈਗਾ ਸ਼ਾਮ ਤੱਕ, ਤੇ ਜਿੰਨਾ ਵੀ ਏਰੀਆ ਤੁਸੀਂ ਕਵਰ ਕਰ ਲੋਗੇ ਉਹ ਸਾਰਾ ਦਾ ਸਾਰਾ ਤੁਹਾਡਾ। Pakhom took out his money and put it on the cap. Pakhom ਨੇ ਵੀ ਆਪਣੇ ਜਿਹੜੇ ਪੈਸੇ ਸੀ ਉਹ ਕੱਢੇ ਤੇ ਟੋਪੀ ਤੇ ਰੱਖ ਦਿੱਤੇ। Then he took off his outer coat, remaining in his sleeveless undercoat. He unfastened his girdle and tied it tight below his stomach, put a little bag of bread into the breast of his coat, and tying a flask of water to his girdle, he drew up to the tops of his boots, took the spade from his man, and stood ready to start. He considered for some moments which way he had better go. It was tempting everywhere. ਹੁਣ ਇੱਥੇ ਸਾਰਾ ਦੱਸਿਆ ਗਿਆ ਵੀ ਪਖੌਮ ਨੇ ਪੈਸੇ ਕੱਢ ਕੇ ਟੋਪੀ ਦੇ ਉੱਤੇ ਪਾ ਦਿੱਤੇ ਤੇ ਉਸਨੇ ਆਪਣਾ ਜਿਹੜਾ ਬਾਹਰੀ ਕੋਟ ਸੀ, ਉੱਪਰਲਾ ਜਿਹੜਾ ਕੋਟ ਸੀ ਉਤਾਰ ਦਿੱਤਾ ਤੇ ਆਪਣੀ ਜਿਹੜੀ ਅੰਦਰੋਂ ਸ਼ਰਟ ਸੀ ਉਹ ਸਲੀਵਲੈਸ ਸੀ, ਯਾਨੀ ਉਹਦੀ ਬਾਹਾਂ ਨਹੀਂ ਸੀ, ਉਹ ਪਾਈ ਰੱਖੀ। ਉਸ ਤੋਂ ਬਾਅਦ ਉਸਨੇ ਆਪਣਾ ਕਮਰ ਕੱਸਿਆ, ਠੀਕ ਹੈ, ਟਾਈਟ ਕੀਤਾ ਤੇ ਉਸਨੇ ਆਪਣੇ ਪੇਟ ਦੇ ਹੇਠਾਂ ਕੱਸ ਕੇ ਉਹਨੂੰ ਬੰਦ ਲਿਆ। ਰੋਟੀ ਦੀ ਇੱਕ ਆਪਾਂ ਕਹਿ ਸਕਦੇ ਹਾਂ ਜਿਹੜੀ ਹਿੱਸਾ ਸੀ, ਜਿਹੜਾ ਲਿਫਾਫਾ ਸੀ, ਉਹ ਉਸਨੇ ਥੈਲੀ ਵਿੱਚ ਪਾ ਕੇ ਆਪਣੀ ਛਾਤੀ ਦੇ ਵਿੱਚ, ਜਿਵੇਂ ਜੇਬ ਹੁੰਦੀ ਹੈ ਨਾ, ਉਹਦੇ ਵਿੱਚ ਪਾ ਲਿਆ ਤੇ ਆਪਣੀ ਕਮਰ ਤੇ ਪਾਣੀ ਦਾ ਇੱਕ ਆਪਾਂ ਇਹ ਕਹਿ ਸਕਦੇ ਹਾਂ ਬੋਤਲ ਜੀ ਬੰਨ ਲਈ ਤੇ ਉਸਨੇ ਬੂਟਾਂ ਨੂੰ ਵੀ ਉੱਤੇ ਤੱਕ ਖਿੱਚ ਲਿਆ ਤੇ
ਉਹਨੇ ਇੱਕ ਸਪੇਡ, ਇੱਕ ਹਥਿਆਰ ਹੁੰਦਾ ਉਹ ਵੀ ਆਪਣੇ ਬੰਦੇ ਤੋਂ ਲੈ ਲਿਆ, ਠੀਕ ਹੈ, ਤਾਂ ਕਿ ਉਹ ਜਰਨੀ ਸਟਾਰਟ ਕਰ ਸਕੇ। ਤੇ 1 ਮਿੰਟ ਦੇ ਲਈ ਉਸਨੇ ਕੁਝ ਪਲਾਂ ਦੇ ਲਈ ਸੋਚਿਆ ਵੀ ਕਿਸ ਸਾਈਡ ਤੋਂ ਜਾਣਾ ਹੈ, ਕਿਹੜੀ ਸਾਈਡ ਜ਼ਿਆਦਾ ਬਿਹਤਰ ਹੈਗੀ ਹੈ, ਪਰ ਹਰ ਪਾਸੇ ਉਹਨੂੰ ਓਨਾ ਵਧੀਆ ਹੀ ਲੈਂਡ ਦਿਖ ਰਿਹਾ ਸੀ। No matter, he concluded, I will go towards the rising sun. ਤੇ ਉਹ ਕਹਿੰਦਾ ਕੋਈ ਗੱਲ ਨਹੀਂ, ਜਿੱਥੇ ਮੈਨੂੰ ਸੂਰਜ ਬਾਹਰ ਨਿਕਲਦਾ ਹੋਇਆ ਦਿਖ ਰਿਹਾ ਹੈ, ਚੜਦਾ ਹੋਇਆ ਸੂਰਜ ਦਿਖ ਰਿਹਾ ਹੈ, ਮੈਂ ਉਸ ਪਾਸੇ ਨੂੰ ਜਾਵਾਂਗਾ। Pukhom started walking neither slowly nor quickly. Pukhom ने अपनी ਜਿਹੜੀ ਜਰਨੀ ਹੈ ਉਹ ਸ਼ੁਰੂ ਕਰ ਦਿੱਤੀ, ਜ਼ਿਆਦਾ ਤੇਜ਼ ਵੀ ਨਹੀਂ ਸੀ, ਨਾ ਜ਼ਿਆਦਾ ਹੌਲੀ ਹੌਲੀ ਤੁਰ ਰਿਹਾ ਸੀ, ਠੀਕ ਠਾਕ ਤੁਰ ਰਿਹਾ ਸੀ। After having gone 1,000 yards, he stopped. 1000 yards ਤੁਰਨ ਤੋਂ ਬਾਅਦ ਉਹ ਰੁਕ ਗਿਆ। Dug a hole, ਉੱਥੇ ਜਾ ਕੇ ਉਹਨੇ ਇੱਕ ਮੋਰੀ ਜਿਹੀ ਪੁੱਟੀ, and placed pieces of turf one on another to make it more visible. ਤੇ ਉਸਨੇ ਉੱਥੇ ਜਾ ਕੇ ਘਾਹ ਪੁੱਟ ਕੇ ਨਾ ਇੱਕ ਏਦਾਂ ਕਰਕੇ ਖੜਾ ਜਿਹਾ ਕਰਤਿਆ ਸਟਰਕਚਰ, ਤਾਂ ਕਿ ਉਹ ਵਿਜ਼ਿਬਲ ਹੋਏ ਵੀ ਇਹ ਮੇਰਾ ਮਾਰਕ ਹੈਗਾ। Then he went on, and now he had walked off his stiffness. He quickened his pace. After a while he dug another hole. मतलब जब ਉਹਨੂੰ ਲੱਗਿਆ ਵੀ 1000 ਮੀਲ ਪੂਰਾ ਹੋ ਗਿਆ, ਉਸ ਤੋਂ ਬਾਅਦ ਉਹਨੇ ਥੋੜਾ ਜਿਹਾ ਛੇਤੀ ਤੁਰਨਾ ਸ਼ੁਰੂ ਕਰ ਦਿੱਤਾ, ਠੀਕ ਹੈ, ਹੋਰ ਅੱਗੇ ਚੱਲਿਆ, ਪਰ ਥੋੜਾ ਔਖਾ ਹੋ ਰਿਹਾ ਸੀ, ਹੈ ਨਾ, ਤੇ ਇੱਕ ਹੋਰ ਅੱਗੇ ਜਾ ਕੇ ਉਹਨੇ ਇੱਕ ਹੋਲ ਪੁੱਟਿਆ ਤੇ ਉਸ ਤੋਂ ਬਾਅਦ ਫਿਰ ਉੱਥੇ ਖੜਾ ਕਰਤਾ ਇੱਕ ਨਿਸ਼ਾਨੀ। I will go on for another 3 miles. ਉਹ ਕਹਿੰਦਾ ਹੋਰ 3 ਮਾਈਲ ਜਿਹੜਾ ਹੈਗਾ ਮੈਂ ਹੋਰ ਚੱਲਾਂਗਾ। And then turn to the left. 3 miles ਅੱਗੇ ਜਾਣ ਤੋਂ ਬਾਅਦ ਮੈਂ ਜਿਹੜਾ left ਇੱਧਰ ਹੋ ਗਿਆ, left ਵੱਲ ਨੂੰ ਮੁੜ ਜਾਵਾਂਗਾ। This spot is so fine that it would be a pity to lose it. ਉਹ ਕਹਿੰਦਾ ਇਹ ਜਿਹੜਾ ਸਪੌਟ ਹੈਗਾ, ਇਹ ਜਿਹੜੀ ਸਥਾਨ ਹੈਗੀ ਇੰਨੀ ਵਧੀਆ ਹੈਗੀ ਹੈ ਕਿ ਇਸ ਨੂੰ ਗਵਾਣਾ ਇੱਕ ਬੇਵਕੂਫੀ ਹੋਏਗੀ। The further he goes, the better the land seems. ਤੇ ਜਿੰਨਾ ਉਹ ਅੱਗੇ ਜਾਂਦਾ ਰਹਿੰਦਾ ਹੈ, ਉਨਾ ਵਧੀਆ ਜ਼ਮੀਨ ਉਹਨੂੰ ਦਿਖਦੀ ਰਹਿੰਦੀ ਹੈ ਜਾਂ ਲੱਗਦੀ ਰਹਿੰਦੀ ਹੈ। He went straight on for a while, and when he looked around, the hillock was scarcely visible, and the people on it looked like black ants, and he would just see something glistering there in the sun. ਗਲਿਸਟਰਿੰਗ ਦਾ ਮਤਲਬ ਜਿਵੇਂ ਕੋਈ ਚਮਕ ਰਹੀ ਹੁੰਦੀ ਹੈ ਚੀਜ਼, ਤੇ ਉਹ ਜਦ ਹੋਰ ਅੱਗੇ ਜਾਣਾ ਸ਼ੁਰੂ ਕਰਦਾ, ਚੱਲਦਾ ਰਹਿੰਦਾ ਤੇ ਉਹ ਪਿੱਛੇ ਮੁੜ ਕੇ ਦੇਖਦਾ ਹੈ ਜਿੱਥੋਂ ਉਹਨੇ ਸ਼ੁਰੂਆਤ ਕੀਤੀ ਸੀ ਹਿਲੌਕ ਤੇ, ਉੱਥੇ ਜਦੋਂ ਦੇਖਦਾ ਪਹਾੜੀ ਤੇ ਉਹਨੂੰ ਮਤਲਬ ਬਹੁਤ ਘੱਟ ਹੀ ਪਹਾੜੀ ਦਿਖਾਈ ਦਿੰਦੀ ਹੈ, ਤੇ ਉਹਦੇ ਤੇ ਜਿਹੜੇ ਲੋਕ ਖੜੇ ਸੀ ਉਹ ਬਹੁਤ ਛੋਟੇ ਛੋਟੇ, ਜਿਵੇਂ ਕੀੜੀਆਂ ਨਹੀਂ ਹੁੰਦੀ ਇੰਨੇ ਛੋਟੇ ਛੋਟੇ ਦਿਖਾਈ ਦਿੰਦੇ ਆ, ਔਰ ਉਹਨੂੰ ਇਹ ਲੱਗਦਾ ਵੀ ਹਾਂ ਕੁਝ ਚਮਕਦਾ ਹੋਇਆ ਹੈਗਾ ਸਨ ਦੇ ਵਿੱਚ, ਸੂਰਜ ਦੇ ਵਿੱਚ, ਉਹਨੂੰ ਇੰਨਾ ਕੁ ਦਿਖਾਈ ਦਿੰਦਾ। Ah, thought Pukhom, I have gone far enough in this direction. It is time to return. Besides, I am in regular sweat and very thirsty. ਤੇ ਉਹ ਕਹਿੰਦਾ, Pukhom ਸੋਚਦਾ ਹੈ ਵੀ ਮੈਂ ਇਸ ਦਿਸ਼ਾ ਵਿੱਚ ਕਾਫੀ ਦੂਰ ਆ ਗਿਆ ਤੇ ਹੁਣ ਮੈਂ ਮੁੜਨ ਦਾ ਮੇਰਾ ਸਮਾਂ ਹੋ ਗਿਆ ਹੈ ਤੇ ਮੈਨੂੰ ਬਹੁਤ ਪਸੀਨਾ ਵੀ ਆ ਰਿਹਾ ਤੇ ਬਹੁਤ ਪਿਆਸ ਵੀ ਲੱਗ ਰਹੀ ਹੈ। He stopped, dug a large hole, and heaped up pieces of turf. Next, he united his flask, had a drink, and then turned sharply to the left. He went on and on. The grass was high and it was very hot. ਹੁਣ ਕਿਉਂਕਿ ਉਹ ਘਾਹ ਤੇ ਚੱਲ ਰਿਹਾ ਸੀ ਤੇ ਜਦ ਅਖੀਰਲਾ ਸਪੌਟ ਉਹਨੂੰ ਦਿਖਾਈ ਦਿੱਤਾ ਵੀ ਮੈਂ ਕਾਫੀ ਅੱਗੇ ਆ ਗਿਆ, ਉਹਨੇ ਕੀ ਕੀਤਾ, ਇੱਕ ਉੱਚੀ ਜੀ ਪਹਾੜੀ ਉਹ ਪੱਟ ਕੇ ਨਾ, ਘਾਹ ਪੱਟ ਕੇ ਬਣਾ ਦਿੱਤੀ, ਵੱਡਾ ਜਿਹਾ ਹੋਲ ਕਰਕੇ ਉਹਦੇ ਵਿੱਚ ਬਣਾ ਦਿੱਤਾ ਨਿਸ਼ਾਨੀ ਲਾਉਣ ਦੇ ਲਈ, ਜਿਵੇਂ ਆਪਾਂ ਲਾਉਂਦੇ ਆ। ਉਸ ਤੋਂ ਬਾਅਦ ਉਸਨੇ ਆਪਣਾ ਉਹ ਫਲਾਸਕ ਅਨਟਾਈ ਕਰਨਾ, ਮਤਲਬ ਦੂਰ ਕਰਨਾ, ਫਲਾਸਕ ਖੋਲਿਆ, ਪਾਣੀ ਪੀਤਾ ਤੇ ਫਿਰ ਲੈਫਟ ਨੂੰ ਉਹ ਮੁੜ ਗਿਆ ਤੇ ਫਿਰ ਚੱਲਦਾ ਰਿਹਾ। ਘਾਹ ਜਿਹੜਾ ਸੀ ਕਾਫੀ ਉੱਚਾ ਸੀ ਤੇ ਨਾਲ ਦੀ ਨਾਲ ਗਰਮ ਵੀ ਸੀ, ਗਰਮੀ ਸੂਰਜ ਸੀ। Pukhom went to grow tired. He looked at the sun and saw that it was noon. ਤੇ ਜਿਹੜਾ ਪਖੌਮ ਹੈਗਾ ਹੁਣ ਉਹ ਥੱਕਣ ਲੱਗ ਗਿਆ ਸੀ, ਉਹਨੇ ਸੂਰਜ ਵੱਲ ਦੇਖਿਆ ਤੇ ਨੂਨ ਯਾਨੀ 12 ਵੱਜ ਗਏ ਸੀ। ਵੈਲ he thought I must have a rest. ਤੇ ਉਹਨੂੰ ਇਹ ਲੱਗਿਆ ਵੀ ਹੁਣ ਮੈਨੂੰ ਆਰਾਮ ਕਰਨਾ ਚਾਹੀਦਾ। It had become terribly hot and he felt sleepy. Still he went on and on thinking, an hour to suffer, a lifetime to live.
ਤੇ ਉਹਨੂੰ ਬਹੁਤ ਥਕਾਵਟ ਮਹਿਸੂਸ ਹੋ ਰਹੀ ਸੀ, ਗਰਮੀ ਲੱਗ ਰਹੀ ਸੀ, ਨੀਂਦ ਆ ਰਹੀ ਸੀ। ਫਿਰ ਵੀ ਉਹ ਚੱਲਦਾ ਰਿਹਾ, ਲੈਫਟ ਮੁੜਦਾ ਰਿਹਾ। ਅਜੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਰੁਕ ਗਿਆ ਸੀ, ਠੀਕ ਹੈ। ਅਜੇ ਉਹਦੇ ਦਿਮਾਗ 'ਚ ਹੀ ਨਹੀਂ ਆਇਆ ਸੀ ਵੀ ਮੈਂ ਰੁਕ ਜਾਵਾਂ। ਇੱਥੇ ਲੱਗ ਰਿਹਾ ਸੀ ਵੀ ਸ਼ਾਇਦ ਵੱਡਾ ਜਿਹਾ ਹੋਲ ਪੱਟ ਕੇ ਉਹਨੂੰ ਲੱਗਿਆ ਮੈਂ ਰੁਕ ਜਾ। ਨਾ ਜੀ ਨਾ, ਉਹ ਚੱਲਦਾ ਰਿਹਾ, ਕਹਿੰਦਾ 1 ਘੰਟਾ ਹੋਰ ਮੈਂ ਸਫ਼ਰ ਕਰਨਾ ਹੈ, ਮੈਂ ਦੁੱਖ ਜਿਹੜਾ ਹੈਗਾ ਉਹ ਝੱਲਣਾ ਤੇ ਉਸ ਤੋਂ ਬਾਅਦ ਪੂਰੀ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਮੇਰੀ ਆਰਾਮ ਨਾਲ ਲੰਘੂਗੀ। ਲੇਟਰ ਇਨ ਦੀ ਆਫਟਰਨੂਨ ਪਖਾਮ ਥਾਟ ਆਫ ਟਰਨਿੰਗ ਬੈਕ। ਹੁਣ ਆਫਟਰਨੂਨ, ਦੁਪਹਿਰ ਦੇ ਵਿੱਚ, ਸਵੇਰ ਤੋਂ ਬੰਦਾ ਚੱਲ ਰਿਹਾ, ਤਿੱਖੀ ਧੁੱਪ ਹੈਗੀ ਹੈ, ਧੁੱਪ ਪੈ ਰਹੀ ਹੈ, ਤੇ ਆਫਟਰਨੂਨ, ਦੁਪਹਿਰ ਦੇ ਵਿੱਚ ਉਹ ਕਹਿੰਦਾ ਵੀ ਹੁਣ ਮੈਂ ਮੁੜ ਜਾਂਦਾ। ਸੋ ਹੀ ਹਰਡਲੀ ਡਗ ਅ ਹੋਲ, ਟਰਨ ਸਟ੍ਰੇਟ ਟੂਵਰਡਸ ਦ ਹਿਲੌਕ। ਤੇ ਉੱਥੇ ਹੋਲ ਪੱਟ ਕੇ ਉਹ ਫਟਾਫਟ ਹਿਲੌਕ ਜਿੱਥੇ ਉਹਨੇ ਪਹੁੰਚਣਾ ਸੀ ਉੱਥੇ ਨੂੰ ਮੁੜ ਗਿਆ। ਪਕੌਮ ਵੈਂਟ ਸਟ੍ਰੇਟ ਟੂਵਰਡਸ ਦ ਹਿਲੌਕ but he now walked with difficulty। ਹੁਣ ਉਹ ਸਿੱਧਾ ਉਧਰ ਪਹਾੜੀ ਵੱਲ ਜਾ ਰਿਹਾ ਸੀ, ਪਰ ਹੁਣ ਉਹਦੇ ਲਈ ਚੱਲਣਾ ਬਹੁਤ ਔਖਾ ਹੋ ਰਿਹਾ ਸੀ। He was done up with the heat, his bare feet were cut and bruised, and his legs began to fail। ਹੁਣ ਇੰਨੀ ਗਰਮੀ ਸੀ, ਥਕਾਵਟ ਉਹਨੂੰ ਹੋ ਰਹੀ ਸੀ, ਜਿਹੜੇ ਪੈਰ ਸੀ ਉਹ ਵੀ ਛਿੱਲ ਪੈ ਗਈ ਸੀ, ਕੱਟ ਲੱਗ ਗਏ ਸੀ, ਕਿਉਂਕਿ ਬੇਅਰ ਫੀਟ ਸੀ, ਯਾਨੀ ਜੁੱਤੀ ਵੀ ਪਾਈ ਹੋਈ ਸੀ, ਛਿੱਲ ਲੱਗ ਗਈ ਸੀ, ਹੈ ਨਾ, ਲੱਤਾਂ ਤੇ ਹੁਣ ਉਹਦੇ ਵਿੱਚ ਚੱਲਣ ਦੇ ਲਈ ਵੀ ਸ਼ਕਤੀ ਨਹੀਂ ਸੀ। He longed to rest, but it was impossible if he meant to get back before sunset। ਹੁਣ ਉਹਦੀ ਬਹੁਤ ਇੱਛਾ ਹੋ ਰਹੀ ਸੀ ਵੀ ਉਹ ਆਰਾਮ ਕਰ ਸਕੇ, ਪਰ ਇਹ ਅਸੰਭਵ ਸੀ, ਕਿਉਂਕਿ ਉਹ ਆਰਾਮ ਜੇ ਕਰ ਸਕਦਾ ਤਾਂ ਕਰ ਲੈਂਦਾ, ਪਰ ਫਿਰ ਉਹ ਸ਼ਾਮ ਤੱਕ ਵਾਪਸ ਉੱਥੇ ਨਹੀਂ ਪਹੁੰਚ ਸਕਦਾ ਸੀ। The sun waits for no man and it was sinking lower and lower। ਉਹਨੂੰ ਲੱਗਿਆ ਵੀ ਇਹ ਜਿਹੜਾ ਸੂਰਜ ਹੈਗਾ ਉਹ ਕਿਸੇ ਇੰਤਜ਼ਾਰ ਥੋੜੀ ਕਰਦਾ ਕਿਸੇ ਮਨੁੱਖ ਦਾ ਵੀ ਤੂੰ ਕੰਮ ਕਰ ਲੈ ਮੈਂ ਰੁਕ ਜਾਂਦਾ, ਤੇ ਉਹ ਢਲਦਾ ਜਾ ਰਿਹਾ ਸੀ, ਹੋਰ ਨੀਵਾਂ ਹੁੰਦਾ ਜਾ ਰਿਹਾ ਸੀ। He looked towards the hillock and at the sun। ਤੇ ਉਹ ਪਹਾੜੀ ਵੱਲ ਦੇਖ ਰਿਹਾ ਸੀ ਤੇ ਸੂਰਜ ਵੱਲ ਵੀ ਦੇਖ ਰਿਹਾ ਸੀ। He was still far from his goal। ਅਜੇ ਉਹ ਬਹੁਤ ਦੂਰ ਸੀ ਆਪਣੀ ਗੋਲ ਤੱਕ ਪਹੁੰਚਣ ਲਈ, ਜਿੱਥੇ ਉਹਨੇ ਪਹੁੰਚਣਾ ਸੀ। And the sun was already near the rim। ਤੇ ਜਿਹੜਾ ਸੂਰਜ ਸੀ ਉਹ ਬਿਲਕੁਲ ਕਿਨਾਰੇ ਤੇ ਸੀ, ਮਤਲਬ ਡੁੱਬਣ ਹੀ ਵਾਲਾ ਸੀ, ਤੁਸੀਂ ਇਹ ਕਹਿ ਸਕਦੇ ਹੋ। Pacom walked on and on। It was very hard walking, but he went quicker and quicker। Pacom ਜਿਹੜਾ ਉਹ ਫੇਰ ਵੀ ਚੱਲਦਾ ਜਾ ਰਿਹਾ ਸੀ, ਸੂਰਜ ਬਸ ਡੁੱਬਣ ਹੀ ਵਾਲਾ ਸੀ। ਪਖੌਮ ਬਹੁਤ ਥੱਕ ਗਿਆ ਸੀ, ਪਰ ਫੇਰ ਵੀ ਛੇਤੀ ਚੱਲਣ ਦੀ ਕੋਸ਼ਿਸ਼ ਕਰ ਰਿਹਾ ਸੀ। He pressed on but was still far from the place। ਉਹਨੇ ਬਹੁਤ ਜ਼ੋਰ ਲਾਇਆ, ਬਹੁਤ ਜ਼ਿਆਦਾ ਕਸ਼ਟ ਝੇਲੇ, ਪਰ ਅਜੇ ਵੀ ਉਹ ਹਿਲੌਕ ਤੋਂ ਕਾਫੀ ਦੂਰ ਸੀ ਜਿੱਥੇ ਉਹਨੇ ਪਹੁੰਚਣਾ ਸੀ। He began running, threw away his coat, his boots, his flask and his cap, and kept only the spade which he used as a support। ਉਹਨੇ ਸਾਰਾ ਸਮਾਨ ਆਪਣੇ ਸਰੀਰ ਤੋਂ ਕੱਢ ਦਿੱਤਾ, ਉਹ ਦੌੜਨ ਲੱਗ ਪਿਆ। ਉਸਨੇ ਆਪਣਾ ਕੋਟ, ਆਪਣੇ ਬੂਟ, ਆਪਣਾ ਫਲਾਸ ਜਿਹਦੇ ਚ ਪਾਣੀ ਸੀ, ਟੋਪੀ, ਸਾਰਾ ਦਾ ਸਾਰਾ ਸਮਾਨ ਇੱਧਰ ਉੱਧਰ ਸਿੱਟ ਦਿੱਤਾ ਤਾਂ ਕਿ ਉਹ ਹਲਕਾ ਹੋ ਕੇ ਅੱਗੇ ਜਾ ਸਕੇ। ਬਸ ਉਸਨੇ ਸਪੇਡ ਰੱਖਿਆ ਸੀ। ਸਪੇਡ ਕੀ ਹੁੰਦਾ, ਐਵੇਂ ਕਰਕੇ ਤੁਸੀਂ ਦੇਖਿਆ ਹੋਣਾ, ਖੁਰਪਾ ਜਿਹਾ ਜਿਹੜਾ ਹੁੰਦਾ ਜਿਹਦੇ ਨਾਲ ਮਿੱਟੀ ਨੂੰ ਖੁਰਪਿਆ ਜਾਂਦਾ ਹੈ ਨਾ, ਉਹਨੂੰ ਕਹਿੰਦੇ ਆ ਸਪੇਡ। ਉਹਨੇ ਇਹ ਜਿਹੜਾ ਸੀ ਸਪੇਡ ਕਹੀ, ਉਹ ਸਿਰਫ ਆਪਣੇ ਕੋਲ ਰੱਖੀ, ਉਹ ਵੀ ਉਹ ਸਪੋਰਟ ਲੈਣ ਦੇ ਵਜੋਂ, ਸਹਾਰੇ ਵਜੋਂ ਯੂਜ਼ ਕਰਦਾ ਸੀ। What shall I do? He thought again। ਉਹ ਸੋਚਣ ਲੱਗ ਗਿਆ ਮੈਂ ਹੁਣ ਕੀ ਕਰਾਂ। I have grasped too much and ruined the whole affair। I can't get there before the sunset। ਉਹ ਕਹਿੰਦਾ ਮੈਂ ਬਹੁਤ ਜ਼ਿਆਦਾ ਹਿੱਸਾ ਕਵਰ ਕਰ ਲਿਆ ਜ਼ਮੀਨ ਦਾ, ਤੇ ਮੈਂ ਹੁਣ ਸਾਰਾ ਜਿਹੜਾ ਮਸਲਾ ਹੈ ਉਹ ਵਿਗਾੜ ਦਿੱਤਾ। ਹੁਣ ਮੈਂ ਉੱਥੇ ਹਿਲੌਕ ਤੇ ਜਿੱਥੇ ਮੇਰੇ ਵੇਟ ਕਰ ਰਹੇ ਨੇ, ਸਨ ਡੁੱਬਣ ਤੋਂ, ਸੂਰਜ ਡੁੱਬਣ ਤੋਂ ਪਹਿਲਾਂ ਤਾਂ ਪਹੁੰਚ ਹੀ ਨਹੀਂ ਸਕਦਾ। ਐਂਡ ਦਿਸ ਫੀਅਰ ਮੇਡ ਹਿਮ ਸਟਿਲ ਮੋਰ ਬ੍ਰੈਥਲੈਸ। ਤੇ ਇਹ ਸੋਚ ਕੇ ਉਹਦੇ ਹੋਰ ਸਾਹ ਆਣੇ ਔਖੇ ਹੋ ਗਏ ਸੀ। ਪਖੌਮ ਵੈਂਟ ਔਨ ਰਨਿੰਗ। ਉਹ ਦੌੜਦਾ ਰਿਹਾ। His soaking shirt and trousers stuck to him and his mouth was parched। ਯਾਨੀ ਸੁੱਕ ਰਿਹਾ ਸੀ, ਉਹਦੇ ਜਿਹੜੇ ਕੱਪੜੇ ਪਾਏ ਹੋਏ ਸੀ ਉਹ ਪਸੀਨੇ ਨਾਲ ਉਹਦੇ ਸਰੀਰ ਨਾਲ ਚਿਪਕ ਰਹੇ ਸੀ, ਤੇ ਮੂੰਹ ਜਿਹੜਾ ਸੀ ਇੰਨਾ ਤੇਜ਼ ਦੌੜ ਰਿਹਾ ਸੀ, ਗਰਮੀ ਵੀ ਲੱਗ ਰਹੀ ਸੀ, ਤੇ ਉਹ ਸਾਰਾ ਦਾ ਸਾਰਾ ਸੁੱਕ ਰਿਹਾ ਸੀ। His breast was working like a blacksmith's bellows, his heart was beating like hammer, and his legs were giving way as if they did not belong to him। Pacom was seized with terror,
lest he should die of the strain। ਇੱਥੇ ਦੱਸਿਆ ਗਿਆ ਵੀ ਉਹਦੀ ਜਿਹੜੀ ਛਾਤੀ ਹੈਗੀ ਉਹ ਕਿਵੇਂ ਕੰਮ ਕਰ ਰਹੀ ਸੀ। ਬਲੈਕਸਮਿਥ ਉਹ ਬੰਦਾ ਹੁੰਦਾ ਜਿਹੜਾ ਆਇਰਨ ਦਾ ਕੰਮ ਕਰ ਰਿਹਾ ਹੁੰਦਾ, ਉਹਦੇ ਕੋਲ ਨਾ ਇਹ ਜਿਹਾ ਪੱਖਾ ਹੁੰਦਾ, ਠੀਕ ਹੈ, ਅੱਗੇ ਇੱਥੋਂ ਫੜਦਾ ਉਹ ਤੇ ਪੱਖੇ ਦੇ ਹਵਾ ਦੇ ਉਹ ਹੁੰਦੇ ਨੇ ਤੇ ਹਵਾ ਜਿਹੜੀ ਉਹ ਅੱਗ ਨੂੰ ਦਿੱਤੀ ਜਾਂਦੀ ਹੈ ਤੇ ਇਹ ਵੀ ਕਾਫੀ ਗਰਮ ਹੁੰਦਾ ਹੈ। ਉਹਨੂੰ ਬਲੈਕਸਮਿਥ ਦਾ ਬੈਰੋ ਕਿਹਾ ਜਾਂਦਾ ਹੈ, ਜੋ ਬਲੈਕਸਮਿਥ ਯੂਜ਼ ਕਰਦਾ ਹੈ ਹਵਾ ਦੇਣ ਨੂੰ, ਅੱਗ ਨੂੰ ਹਵਾ ਦੇਣ ਨੂੰ, ਤਾਂ ਕਿ ਉਹ ਆਇਰਨ ਦਾ ਜਿਹੜਾ ਕੰਮ ਹੈਗਾ ਉਹ ਕਰ ਸਕੇ, ਹੈ ਨਾ। ਬਲੈਕਸਮਿਥ ਉਹੀ ਹੁੰਦਾ ਹੈ ਜਿਹੜੀ ਆਇਰਨ ਸਟੀਲ ਦਾ ਕੰਮ ਕਰਦਾ ਹੈ, ਅਲੱਗ-ਅਲੱਗ ਚੀਜ਼ਾਂ ਬਣਾਉਂਦਾ ਉਹਦੇ ਨਾਲ। ਉਹਦੇ ਵਰਗਾ ਪੱਖੇ ਵਰਗਾ ਉਹ ਫੜਫੜ ਕਰ ਰਿਹਾ ਸੀ ਉਹਦੀ ਛਾਤੀ ਤੇ ਉਹਦੀ ਜਿਹੜੀ ਹਾਰਟ ਸੀ ਉਹ ਬੀਟ ਕਰ ਰਹੀ ਸੀ ਲਾਈਕ ਅ ਹੈਮਰ। ਹੈਮਰ ਕੀ ਹੁੰਦਾ, ਜਿਵੇਂ ਹਥੌੜਾ ਹੁੰਦਾ ਹੈ ਨਾ, ਉਹਦੇ ਵਾਂਗ ਕੰਮ ਕਰ ਰਹੀ, ਧਕ 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 ਧਕ। ਤੇ ਜਿਹੜੀਆਂ ਉਹਦੀਆਂ ਲੱਤਾਂ ਸੀ ਉਹ ਤਾਂ ਤੁਸੀਂ ਇਹ ਕਹੋ ਕੰਮ ਕਰਨੀਆਂ ਬੰਦ ਹੀ ਕਰ ਚੁੱਕੀਆਂ ਸੀ, ਗਿਵ ਅਪ ਕਰ ਚੁੱਕੀਆਂ ਸੀ, ਵੀ ਇਹ ਲੱਤਾਂ ਉਹਦੀਆਂ ਹੈ ਹੀ ਨਹੀਂ, ਐਵੇਂ ਲੱਗ ਰਿਹਾ ਸੀ। ਤੇ ਉਹ ਇੰਨਾ ਜ਼ਿਆਦਾ ਡਰ ਦੇ ਵਿੱਚ, ਘਬਰਾਹਟ ਦੇ ਵਿੱਚ ਕੰਬਿਆ ਹੋਇਆ ਸੀ, ਉਹਨੂੰ ਆਪਾਂ ਇਹ ਕਹਿ ਸਕਦੇ ਹਾਂ ਦਹਿਸ਼ਤ ਸੀ ਵੀ ਮੈਂ ਕਿਵੇਂ ਪਹੁੰਚਾਂਗਾ, ਕਿ ਉਸ ਟ੍ਰੇਨ ਮਤਲਬ ਤਣਾਵ ਦੇ ਨਾਲ ਹੀ ਉਹਨੇ ਮਰ ਜਾਣਾ ਸੀ। ਦੋ ਅਫਰੇਡ ਆਫ ਡੈਥ ਹੀ ਕੁਡ ਨਾਟ ਸਟਾਪ, ਪਰ ਫਿਰ ਵੀ ਮੌਤ ਤੋਂ ਡਰਦੇ ਹੋਏ ਵੀ ਉਹ ਰੁਕ ਨਹੀਂ ਸਕਦਾ ਸੀ। he gathered his last strength and ran, ਜਿੰਨੀ ਉਹਦੇ ਕੋਲ ਅਖੀਰਲੀ ਤਾਕਤ ਬਚੀ ਹੋਈ ਸੀ ਉਹਨੇ ਉਹ ਇਕੱਠੀ ਕੀਤੀ ਤੇ ਦੌੜਨਾ ਸ਼ੁਰੂ ਕਰ ਦਿੱਤਾ। the sun was quite low but he was also quite near his aim, ਜਿਹੜਾ ਸੂਰਜ ਸੀ ਉਹ ਪੱਧਰ ਤੋਂ ਕਾਫੀ ਨੀਵਾਂ ਹੋ ਗਿਆ ਸੀ, ਪਰ ਉਹ ਵੀ ਪਖੌਮ ਵੀ ਆਪਣੀ ਪਹਾੜੀ ਤੋਂ ਕਾਫੀ ਕੋਲ ਆ ਗਿਆ ਸੀ। Pakhom could already see the people on the hillock waving their arms to hurry him up, ਤੇ Pakhom ਦੇਖ ਰਿਹਾ ਸੀ ਵੀ ਪਹਾੜੀ ਦੇ ਉੱਤੇ ਜਿਹੜੇ ਬੰਦੇ ਹੈਗੇ ਨੇ ਉਹ ਆਪਣੇ ਹੱਥ ਹਿਲਾ ਕੇ ਉਹਨੂੰ ਕਹਿ ਰਹੇ ਸੀ ਵੀ ਫਟਾਫਟ ਕਰ, ਜਲਦੀ ਕਰ, ਜਲਦੀ ਦੌੜ, ਜਲਦੀ ਦੌੜ। Pakhom looked at the sun, Pakhom ਨੇ ਸੂਰਜ ਵੱਲ ਦੇਖਿਆ, which had already reached the earth. One side of it had already disappeared, ਤੇ ਉਹਨੇ ਦੇਖਿਆ ਵੀ ਜਿਹੜਾ ਸੂਰਜ ਹੈਗਾ ਉਹ ਢਲਦਾ ਜਾ ਰਿਹਾ, ਧਰਤੀ ਦੇ ਹੇਠਾਂ ਪਹੁੰਚ ਗਿਆ। With all his remaining strength he rushed on, ਉਹਨੇ ਦੇਖਿਆ ਤਾਂ ਬਿਲਕੁਲ ਹੀ ਡੁੱਬ ਗਿਆ, ਜਿੰਨੀ ਤਾਕਤ ਸੀ ਫੇਰ ਇਕੱਠੀ ਕੀਤੀ, ਫੇਰ ਦੌੜਨਾ ਸ਼ੁਰੂ ਕਰ ਦਿੱਤਾ, bending his body forward so that his legs could hardly follow fast enough to keep him from falling। ਉਹਨੇ ਆਪਣਾ ਸਰੀਰ ਅੱਗੇ ਨੂੰ ਪਾਇਆ ਤੇ ਲੱਤਾਂ ਨੂੰ ਜਿੰਨਾ ਜ਼ੋਰ ਸੀ ਵੀ ਬਈ ਚੱਲ ਪਓ, ਹੁਣ ਚੱਲ ਪਓ, ਨੇ ਪੂਰਾ ਜ਼ੋਰ ਲਾਤਾ, ਜਿਵੇਂ ਆਪਾਂ ਪਹਾੜੀ ਨਹੀਂ ਚੱਲਦੇ ਚੜਦੇ ਉਵੇਂ ਉਹਨੇ ਜ਼ੋਰ ਲਾਤਾ ਵੀ ਘੱਟ ਜ਼ੋਰ ਪਏ ਲੱਤਾਂ ਤੇ ਵੀ ਮੈਂ ਅੱਗੇ ਨੂੰ ਸਰੀਰ ਨੂੰ ਢਾ ਲੈਂਦਾ। he took a long breath and ran up the hillock, ਉਹਨੇ ਲੰਬਾ ਜਿਹਾ ਸਾਹ ਲਿੱਤਾ ਤੇ ਉੱਤੇ ਚੜਨਾ ਸ਼ੁਰੂ ਕਰ ਦਿੱਤਾ। it was still light there, ਅਜੇ ਵੀ ਰੋਸ਼ਨੀ ਸੀਗੀ। he reached the top and saw the cap, ਉੱਥੇ ਉਹ ਪਹੁੰਚ ਗਿਆ ਤੇ ਜਿੱਥੇ ਟੋਪੀ ਰੱਖੀ ਹੋਈ ਸੀ ਨਾ ਫਰ ਵਾਲੀ, ਉਹਨੇ ਉਹ ਦੇਖ ਲਈ। before it sat the chief laughing and holding his sides। Again, Pakhom uttered a cry. His legs gave way beneath him. He fell forward and reached the cap with his hands। ਤੇ ਉੱਥੇ ਦੇਖ ਕੇ ਜਿਹੜਾ ਚੀਫ ਸੀ, ਮੁਖੀਆ ਸੀ, ਉਹ ਸਾਈਡ ਤੇ ਬੈਠਾ ਹੱਸ ਰਿਹਾ ਸੀ ਤੇ ਪਖੌਮ ਜ਼ੋਰ ਦੀ ਜਿਵੇਂ ਦਰਦ ਦੇ ਵਿੱਚ ਗੁਰਾਇਆ ਤੇ ਉਹਦੀਆਂ ਲੱਤਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਉਹ ਗਿਰ ਗਿਆ ਅੱਗੇ ਨੂੰ ਤੇ ਹੱਥ ਉਹਦਾ ਜਿਹੜਾ ਹੈਗਾ ਉਹ ਟੋਪੀ ਤੱਕ ਪਹੁੰਚ ਗਿਆ, ਵੀ ਉਹ ਇੰਨਾ ਜ਼ਿੱਦੀ ਸੀ ਮੈਂ ਪਹੁੰਚ ਹੀ ਜਾਣਾ। That's a fine fellow, exclaimed the chief. He has gained much land। ਤੇ ਆ ਵਧੀਆ ਸਾਥੀ ਹੈਗਾ, ਮੁਖੀਏ ਨੇ ਕਿਹਾ ਵੀ ਉਸਨੇ ਜ਼ਿਆਦਾ ਜ਼ਮੀਨ ਜਿਹੜੀ ਹੈਗੀ ਉਹ ਹਾਸਲ ਕਰ ਲਈ। Pakhom's servant came running up and tried to raise him। Pakhom ਦਾ ਜਿਹੜਾ ਨੌਕਰ ਸੀ ਉਹ ਭੱਜ ਕੇ ਉੱਤੇ ਆਇਆ ਤੇ ਉਸਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ। but he saw that blood was flowing from his mouth, ਪਰ ਉਹਨੇ ਦੇਖਿਆ ਵੀ ਪਖੌਮ ਦੇ ਮੂੰਹ ਵਿੱਚੋਂ ਖੂਨ ਵਹਿ ਰਿਹਾ। ਪਖੌਮ was dead, ਪਖੌਮ ਮਰ ਚੁੱਕਿਆ ਸੀ। the Bakshirs clicked their tongues to show their pity। ਜਿਵੇਂ ਆਪਾਂ ਜੀਭ ਨਹੀਂ ਦਬਾ ਦਿੰਦੇ, ਬਖਸ਼ੀਰਸ ਨੇ ਵੀ ਆਪਣੀ ਜਿਹੜੀ ਜੀਭ ਹੈਗੀ ਹੈ ਉਹ ਦਬਾਈ, ਦਿਖਾਉਣ ਲਈ ਵੀ ਤਰਸ ਆ ਗਿਆ ਉਹਨਾਂ ਨੂੰ ਵੀ ਇਸ ਤੇ। his servants picked up the spade and dug a grave long enough for Pakhom to lie in and buried him in it। ਤੇ ਨੌਕਰ ਨੇ ਸਪੇਡ ਕਹੀ ਚੱਕੀ ਤੇ ਇੱਕ ਗ੍ਰੇਵ ਜਿਹੜੀ ਹੈਗੀ ਹੈ ਉਹਨੂੰ ਲਤਾਣ ਦੇ ਲਈ ਪਖੌਮ ਨੂੰ ਕੁਲਹਾੜੀ ਦੇ ਨਾਲ, ਕਹੀ ਦੇ ਨਾਲ ਉਹਨੇ ਪਖੌਮ ਦੀ ਲਾਸ਼ ਨੂੰ
ਜ਼ਮੀਨ ਦੇ ਵਿੱਚ ਦਫਨਾਉਣ ਦੇ ਲਈ ਇੰਨਾ ਵੱਡਾ ਕਹੀ ਨਾਲ ਜਿਹੜਾ ਜ਼ਮੀਨ ਹੈਗੀ ਆ ਤਿਆਰ ਕੀਤੀ। ਕਿੰਨੀ ਸੀ? 6 feet from his head to his heels was all he needed। ਤੇ ਉਸਦੇ ਸਿਰ ਤੋਂ ਲੈ ਕੇ ਉਸਦੀ ਪੈਰਾਂ ਤੱਕ ਉਹਨੂੰ ਸਿਰਫ ਤੇ ਸਿਰਫ 6 ਫਿਟ ਜ਼ਮੀਨ ਦੀ ਲੋੜ ਪਈ ਤੇ ਉਹ ਇੱਧਰ ਉੱਧਰ ਭਟਕ ਰਿਹਾ ਸੀ ਹੋਰ ਜ਼ਮੀਨ ਕਬਜ਼ਾ ਕਰਨ ਦੇ ਲਈ। ਠੀਕ ਹੈ, ਤੇ ਇਹ ਸੀਗਾ ਅੱਜ ਦਾ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੋਵੇਗਾ ਡਿਟੇਲ ਦੇ ਵਿੱਚ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਕਮੈਂਟਸ ਦੇ ਵਿੱਚ ਦੱਸਿਓ ਤੁਸੀਂ ਕੀ ਸੋਚਦੇ ਹੋ ਇਸ ਚੈਪਟਰ ਬਾਰੇ। ਸਾਨੂੰ ਲਾਲਚ ਕਰਨੀ ਚਾਹੀਦੀ ਹੈ ਕਿ ਨਹੀਂ, ਕਿ ਜਿੰਨਾ ਰੱਬ ਨੇ ਦਿੱਤਾ ਉਹਦੇ ਵਿੱਚ ਖੁਸ਼ ਰਹਿਣਾ ਚਾਹੀਦਾ ਹੈ। ਆਪਾਂ ਫੇਰ ਮਿਲਾਂਗੇ ਤੇ till then take care, bye bye।